ਵਾਹਿਗੁਰੂ ਸਾਹਿਬ ਜੀਓ। ਗੋਂਡਾ ਗ੍ਰਹਿ ਸੋਭਾ ਜਾ ਕਰੇ ਨਾਹੇ, ਆਵਤ ਪਹੀਆ ਖੁਦ ਜਾਹੇ। ਗ੍ਰਹਿ ਸੋਭਾ ਜਾ ਕਰੇ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡ ਗ੍ਰਹਿ ਸੋਭਾ ਜਾ ਕਰ ਨਾਹੇ। ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦੇ ਬਾਹਰੀ ਅਰਥ ਆਪ ਕੱਲ ਸਰਵਣ ਕਰ ਚੁੱਕੇ ਹੋ। ਆਓ ਹੁਣ ਅੰਤਰੀ ਵਰਤ ਸਰਵਣ ਕਰੋ, ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਭਗਤੀ ਰੂਪੀ ਸ਼ੋਭਾ ਨਹੀਂ ਹੈ, ਭਗਤੀ ਨਹੀਂ ਹੈ, ਉਹਦੀ ਲੋਕ ਪਰਲੋਕ ਦੇ ਵਿੱਚ ਵਡਿਆਈ ਨਹੀਂ ਹੈ। ਆਵਤ ਪਹੀਆ ਖੁਦ ਜਾਹੇ। ਪਾਇਆ ਚੋਲਾ ਹੈ, ਬਣਿਆ ਸੰਤ ਹੈ, ਭਗਤੀ ਦਾ ਧਨ ਉਹਦੇ ਕੋਲ ਹੀ ਨਹੀਂ ਹੈ। ਜੇਕਰ ਕੋਈ ਜਗਿਆਸੂ ਰੂਪ ਰਾਹੀ ਉਸ ਦੇ ਕੋਲ ਜੰਮਣ ਮਰਨ ਦਾ ਸਫ਼ਰ ਮੁਕਾਉਣ ਲਈ ਗਿਆਨ ਰੂਪ ਭੋਜਨ ਖਾਣ ਵਾਸਤੇ ਆਉਣਾ ਕਰੇ ਤਾਂ ਭੁੱਖਿਆ ਹੀ ਚਲਿਆ ਜਾਏਗਾ। ਭਾਵ ਜਗਿਆਸੂ ਰੂਪ ਰਾਹੀ ਨੂੰ ਭਗਤੀ ਤੋਂ ਰਹਿਤ ਪੁਰਖ 'ਤੇ ਨਿਸ਼ਚਾ ਨਹੀਂ ਹੁੰਦਾ। ਉਹ ਸਮਝਦਾ ਹੈ ਕਿ ਇਸ ਦੀ ਤਾਂ ਆਪ ਦੀ ਕਮਾਈ ਨਹੀਂ ਹੈ, ਕੇਵਲ ਕਹਿਣ ਮਾਤਰੀ ਹੈ। ਇਸ ਲਈ ਉਹ ਉਪਦੇਸ਼ ਲਏ ਤੋਂ ਬਗੈਰ ਖਾਲੀ ਹੀ ਚਲਿਆ ਜਾਂਦਾ, ਕਿਉਂਕਿ ਉਹਨੂੰ ਗਿਆਨ ਰੂਪੀ ਰਸਤਾ ਜੋ ਨਹੀਂ ਮਿਲਦਾ ਹੈ। ਵਾਕੈ ਅੰਤਰ ਨਹੀਂ ਸੰਤੋਖ। ਭਗਤੀ ਦੀ ਕਮਾਈ ਤੋਂ ਰਹਿਤ ਪੁਰਖ ਜਾਂ ਉਸ ਜਗਿਆਸੂ ਦੇ ਹਿਰਦੇ ਵਿੱਚ ਸਬਰ ਸੰਤੋਖ ਆਦਿਕ ਗੁਣ ਪ੍ਰਾਪਤ ਨਹੀਂ ਹੁੰਦਾ। ਬਿਨ ਸੁਹਾਗਣ ਲਾਗੈ ਦੁਖ। ਇਸ ਪ੍ਰਕਾਰ ਸੁਹਾਗਣ ਭਾਵ ਭਗਤੀ ਕਰੀ ਤੋਂ ਬਗੈਰ ਐਸੇ ਪੁਰਖ ਨੂੰ ਦੋਸ਼ ਲੱਗਦਾ ਹੈ। ਭਾਵ ਉਸ ਦਾ ਉਪਦੇਸ਼ ਦੁਨੀਆ ਵਿੱਚ ਪ੍ਰਵਿਰਤ ਨਹੀਂ ਹੋ ਸਕਦਾ, ਅਰਥਾਤ ਦੁਨੀਆ ਵਿੱਚ ਜੀਵ ਸੁਣ ਕੇ ਨਿਹਾਲ ਨਹੀਂ ਹੋ ਸਕਦੇ। ਜੋ ਦੁਨਿਆਵੀ ਜੀਵ ਹਨ ਉਹ ਸੁਣ ਕੇ ਨਿਹਾਲ ਨਹੀਂ ਹੋ ਸਕਦੇ। ਸੁਹਾਗਨ ਮਹ ਪਵੀਤ
ਸੋ ਪਰਮੇਸ਼ਰ ਦੀ ਜੋ ਪ੍ਰਾਪਤੀ ਵਾਲੀ ਸੁਹਾਗਵੰਤੀ ਭਗਤੀ ਹੈ ਉਹ ਧਨਤਾ ਦੇ ਯੋਗ ਹੈ। ਯਾਂ ਪਾਉ ਭਗਤੀ ਪਰਮੇਸ਼ਰ ਦੀ ਸੁਹਾਗ ਵਾਲੀ ਹੈ ਅਤੇ ਚਿੱਤ ਨੂੰ ਬੜਾ ਪਵਿੱਤਰ ਕਰਨੀ ਵਾਲੀ ਹੈ। ਤਪੇ ਤਪੀਸਰ ਡੋਲਾ ਚੀਤ, ਸਾਰੀ ਉਮਰ ਤਪੱਸਿਆ ਕਰਨ ਵਾਲੇ, ਧੂਣੀਆਂ ਤਪਾਉਣ ਵਾਲੇ, ਤਪੀਆਂ ਦੇ ਈਸ਼ਰਾਦਿਕ ਸਭਨਾਂ ਦੇ ਚਿੱਤ ਡੋਲਦੇ ਸੀ ਕਿ ਅਸੀਂ ਭਗਤੀ ਕਰਕੇ ਨਿਹਾਲ ਹੋ ਜਾਈਏ, ਭਾਵ ਪਰਮੇਸ਼ਰ ਦੇ ਵਿੱਚ ਆਪਣਾ ਚਿੱਤ ਜੋੜ ਲਈਏ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਸੁਹਾਗਨ ਕਿਰਪਨ ਕੀ ਪੂਤੀ, ਇਹ ਸੁਹਾਗਵੰਦੀ ਰੂਪ ਪ੍ਰੇਮਾ ਭਗਤੀ ਕਿਰਪਾਦ ਗੁਣਾਂ ਦੀ ਪੁੱਤਰੀ ਹੈ, ਭਾਵ ਜਿਸ ਦੀ ਕਿਰਪਾ ਕਰਨ ਵਾਲਾ ਸੁਭਾਅ ਹੈ, ਜਿਸ ਦਾ ਉਹਦੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੁੰਦੀ ਹੈ। ਸੇਵਕ ਤਾਜ ਜਗਤ ਸਿਉ ਸੂਤੀ, ਸੰਸਾਰ ਨੇ ਇਸ ਪ੍ਰੇਮਾ ਭਗਤੀ ਨੂੰ ਤਿਆਗ ਦਿੱਤਾ ਹੈ, ਪਰੰਤੂ ਪ੍ਰਭੂ ਦੇ ਪਿਆਰੇ ਸੇਵਕਾਂ ਨੂੰ ਇਹ ਨਿਰਵਿਕਲਪ ਸਮਾਧੀ ਵਿੱਚ ਸਲਾਉਣ ਵਾਲੀ ਹੈ। ਸਾਧੂ ਕੈ ਠੰਡੀ ਦਰਬਾਰ, ਮਹਾਤਮਾ ਜਨਾਂ ਦੇ ਦਰਵਾਜ਼ੇ ਅੱਗੇ ਜੋ ਜਗਿਆਸੂ ਜਨਾਂ ਦੀ ਕਤਾਰ ਉਪਦੇਸ਼ ਲੈਣ ਲਈ ਖੜੀ ਹੈ, ਇਹ ਮੰਨੋ ਭਗਤੀ ਸਾਧੂਆਂ ਦੇ ਦਰਬਾਰ ਦੇ ਵਿੱਚ ਖੜੀ ਹੈ ਤੇ ਜਗਿਆਸੂ ਜਨ ਇਉਂ ਬੇਨਤੀ ਕਰਦੇ ਹਨ ਕਿ ਸਰਨ ਤੇਰੀ ਮੋਕੋ ਨਿਸਤਾਰ, ਅਸੀਂ ਹੇ ਮਹਾਤਮਾ ਜੀ ਆਪ ਜੀ ਦੀ ਓਟ ਵਿੱਚ ਆਏ ਹਾਂ, ਕਿਰਪਾ ਕਰਕੇ ਸਾਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ ਕੇ ਸਾਡਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰੋ ਜੀ। ਸੁਹਾਗਨ ਹੈ ਅਤ ਸੁੰਦਰੀ, ਜੋ ਸੁਹਾਗਵੰਤੀ ਭਗਤੀ ਹੈ ਇਹ ਸਤਿਚੇਤਨ ਆਨੰਦ ਸਰੂਪ ਦੀ ਸਖਿਆਤਾ ਕਰਾਉਣ ਵਾਲੀ ਅਤਿਅੰਤ ਸੁੰਦਰ ਸਰੂਪ ਵਾਲੀ ਹੈ, ਭਾਵ ਦਿਲ ਦੀ ਸਫਾਈ ਕਰਨ ਵਾਲੀ ਹੈ। ਭਗਨੇ ਵਰ ਸ਼ਨਕ ਸ਼ਨਹਰੀ, ਇਸ ਦੇ ਸਮਦਮ ਸਾਧਨ ਰੂਪ ਪੈਰਾਂ ਦੇ ਵਿੱਚ ਸ਼ਰਵਣ ਮੰਨਣ ਨਿਧਿਆਸ ਰੂਪ ਝਾਂਜਰਾਂ ਦੀ ਸ਼ਨਕਾਹਟ ਹੈ, ਜੋ ਇੱਕ ਛਿਣ ਦੇ ਵਿੱਚ ਕਾਮ ਕ੍ਰੋਧ ਆਦਿ ਆਸੁਰੀ ਸੰਪਦਾ ਨੂੰ ਹਰ ਦਿੰਦੀ ਹੈ, ਭਾਵ ਵਿਸ਼ਿਆਂ ਨੂੰ ਹਰ ਦਿੰਦੀ ਹੈ। ਜਉ ਲਗ ਪ੍ਰਾਨ ਤਉ ਲਗ ਸੰਗੇ, ਜਦ ਤੱਕ ਜੀਵ ਦੇ ਅੰਦਰ ਸਵਾਸ ਚੱਲਦੇ ਨੇ ਤਦ ਤੱਕ ਭਗਤੀ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ, ਭਾਵ ਪਰਮੇਸ਼ਰ ਦੀ ਭਗਤੀ ਤੋਂ ਵਾਂਝੇ ਕਦੇ ਵੀ ਨਹੀਂ ਰਹਿਣਾ ਚਾਹੀਦਾ। ਨਾਹੀਂ ਤਾਂ ਚਲੀ ਬੇਗ ਉਠ ਨੰਗੇ, ਇਹ ਭਾਈ ਜੇਕਰ ਪ੍ਰੇਮਾ ਭਗਤੀ ਨਹੀਂ ਕਰੋਗੇ ਤਾਂ ਫਿਰ ਨੰਗੇ ਹੀ ਦੁਨੀਆ ਤੋਂ ਉੱਠ ਕੇ ਪਾਪ ਕੂਚ ਕਰਕੇ ਪਰਲੋਕ ਨੂੰ ਚਲੇ ਜਾਵੋਗੇ, ਭਾਵ ਸ਼ੁਭ ਗੁਣਾਂ ਤੋਂ ਖਾਲੀ ਚਲੇ ਜਾਵੋਗੇ। ਸੁਹਾਗਨ ਭਵਨ ਤ੍ਰੈ ਲੀਆ, ਜੋ ਪਰਮੇਸ਼ਰ ਦੀ ਸੁਹਾਗਣ ਭਗਤੀ ਹੈ ਤਿੰਨਾਂ ਲੋਕਾਂ ਨੇ ਇਹਦੇ ਤਾਈਂ ਲੈਣਾ ਕੀਤਾ, ਗ੍ਰਹਿਣ ਕੀਤਾ ਹੈ। 10 8 ਪ੍ਰਾਨ ਤੀਰਥ ਰਸ ਕੀਆ, 10 ਤੇ 8 18 ਪੁਰਾਣ ਕਥਨ ਕਰਨ ਵਾਲੇ ਵਿਆਹ ਸਾਧਕਾਂ ਨੇ ਵੀ ਨਾਰਦ ਮੁਨੀ ਤੋਂ ਭਗਵੰਤ ਦੀ ਭਗਤੀ ਕਰਨ ਬਾਬਤ ਸਿੱਖ ਕੇ ਭਗਤੀ ਵਿੱਚ ਚਿੱਤ ਲਾਉਣਾ ਕੀਤਾ ਹੈ। ਬ੍ਰਹਮਾ ਵਿਸ਼ਨਾ ਮਹੇਸ਼ਰ ਬੇਦੇ, ਅਤੇ ਤੀਰਥ ਯਾਤਰਾ ਨੇ ਵੀ ਨਾਮ ਜਪਣ ਵਾਲੇ ਗੁਰਮੁਖਾਂ ਦੁਆਰਾ ਭਗਤੀ ਕਰਨ ਵਿੱਚ ਪ੍ਰੇਮ ਲਾਉਣਾ ਕੀਤਾ ਹੈ, ਜਾਂ ਤੀਰਥਾਂ ਦੇ ਵਸਣ ਵਾਲੇ ਪੁਰਖਾਂ ਨੇ ਵੀ ਭਗਤੀ ਵਿੱਚ ਰਸ ਪ੍ਰੇਮ ਕੀਤਾ ਹੈ।
ਵੱਡੇ ਭੂਪਤ ਰਾਜੇ ਹੈ ਛੇਦੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸਾਰੇ ਦੇਵਤੇ ਭਗਤੀ ਦਾ ਰਸ ਲੈਣ ਵਾਸਤੇ ਮਿਲ ਰਹੇ ਨੇ। ਭਾਵ ਬ੍ਰਹਮਾ ਹਰ ਵਕਤ ਵੇਦ ਹੀ ਪੜ੍ਹਦਾ ਰਹਿੰਦਾ ਹੈ। ਵਿਸ਼ਨ ਸਦਾ ਅਵਤਾਰੀ ਰੁੱਧਾ, ਵਿਸ਼ਨ ਅਵਤਾਰ ਧਾਰ ਕੇ ਭਗਤੀ ਕਰਨ ਵਾਲੇ ਭਗਤਾਂ ਦੀ ਰੱਖਿਆ ਕਰਨ 'ਚ ਰੁੱਝਿਆ ਹੋਇਆ ਹੈ। ਸ਼ਿਵ ਜੀ 88 ਹਜ਼ਾਰ ਵਰ੍ਹਾ ਸਮਾਧੀ ਲਈ ਰੱਖਦਾ ਹੈ। ਉਹ ਸਮਾਧੀ 'ਚ ਬਿਜ਼ੀ ਹੈ। ਵੱਡੇ ਵੱਡੇ ਦੁਨੀਆ ਦੇ ਚੱਕਰਵਰਤੀ ਰਾਜੇ ਜਨਕ ਵਰਗੇ ਜਾਂ ਪ੍ਰਿਥੂ ਰਾਜੇ ਆਦਿਕ ਵਰਗੇ ਵੱਡੇ ਵੱਡੇ ਭੂਮੀ ਦੇ ਪਤੀ ਭਾਵ ਰਜਵਾੜਿਆਂ ਦੇ ਮਾਲਕ ਰਾਜੇ ਹੋਏ ਹਨ। ਉਹਨਾਂ ਸਭਨਾਂ ਦੇ ਮਨ ਭਗਤੀ ਦੇ ਵਿੱਚ ਸਿੱਧੇ ਮੰਨੇ ਗਏ ਸਨ। ਸੁਹਾਗਨ ਔਰ ਵਾਰਨ ਪਾਰ। ਇਹ ਸੁਹਾਗਮੰਦੀ ਭਗਤੀ ਜੀਵ ਨੂੰ ਦੁਨੀਆ ਵਿੱਚ ਨਹੀਂ ਰਹਿਣ ਦਿੰਦੀ, ਸੰਸਾਰ ਤੋਂ ਪਾਰ ਕਰ ਦਿੰਦੀ ਹੈ ਜਾਂ ਉਰੇ ਨਹੀਂ ਰਹਿਣ ਦਿੰਦੀ। ਸੰਸਾਰ ਸਮੁੰਦਰ ਤੋਂ ਪਾਰ ਕਰਕੇ ਮੁਕਤੀ ਰੂਪ ਕਿਨਾਰੇ 'ਤੇ ਲਾ ਦਿੰਦੀ ਹੈ। ਭਗਤੀ ਕਿਵੇਂ ਹੁੰਦੀ ਹੈ? ਪਾਂਚ ਨਾਰਦ ਕੈ ਸੰਗ ਵਿਦਵਾਰ। ਜਿਸ ਨੇ ਪੰਜੇ ਗਿਆਨ ਇੰਦਰੀ ਤੇ ਮਨ ਸਮੇਤ ਸਾਰੇ ਇੰਦਰੀਆਂ ਨੂੰ ਭਗਤੀ ਵਿੱਚ ਵਿੰਨ ਲਿਆ ਹੈ, ਜਾਂ ਜੋ ਹਰ ਵਕਤ ਪੰਜ ਗਿਆਨ ਇੰਦਰੀਆਂ ਦੁਆਰਾ ਪ੍ਰਭੂ ਕੀਰਤੀ ਤੇ ਮਨ ਦੇ ਨਾਲ ਲਿਵ ਲਾਉਂਦਾ ਹੈ, ਉਹਨੂੰ ਗੁਰਾਂ ਦੁਆਰਾ ਇਹ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਪਾਂਚ ਨਾਰਦ ਕੇ ਮਿਟਵੇ ਫੂਟੇ। ਪੰਜ ਗਿਆਨ ਇੰਦਰੀ ਤੇ ਮਨ ਦੇ ਵਿਸ਼ੇ ਰੂਪ ਵਾਜੇ ਇਹ ਫੁੱਟ ਗਏ ਹਨ। ਜੋ ਇਉਂ ਭਗਤੀ ਦੇ ਪ੍ਰਤਾਪ ਕਰਕੇ ਐਸੇ ਪੁਰਖ ਵਿਕਾਰਾਂ ਤੋਂ ਬਚ ਗਏ ਹਨ। ਕਾਹੋ ਕਬੀਰ ਗੁਰ ਕਿਰਪਾ ਛੂਟੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਸਤਿਗੁਰਾਂ ਦੀ ਕਿਰਪਾ ਦੁਆਰਾ ਭਗਤੀ ਕਰਨ ਵਾਲੇ ਜੰਮਣ ਅਤੇ ਮਰਨ ਦੇ ਬੰਧਨਾਂ ਤੋਂ ਵਿਕਾਰਾਂ ਤੋਂ ਛੁੱਟ ਗਏ ਹਨ। ਗੋਂਡ ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਜੀ ਸੰਤਾਂ ਦੀ ਸੰਗਤ ਕੀਤੇ ਬਿਨਾਂ ਕਿਸੇ ਦਾ ਵੀ ਉਧਾਰ ਨਹੀਂ ਹੁੰਦਾ। ਇਹਦੇ 'ਤੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੈਸੇ ਮੰਦਰ ਮਹਿ ਬਲਹਰਨ ਠਹਰੈ। ਜਿਵੇਂ ਮਕਾਨ ਦੇ ਵਿਚਕਾਰੋਂ ਪਹਿਲਾਂ ਸ਼ਤੀਰ ਹੁੰਦਾ ਸੀਗਾ, ਵਲਾ। ਖੰਭੇ ਨੂੰ ਅਸੀਂ ਮਾਝੇ ਦੇ ਲੋਕ ਵਲਾ ਕਹਿੰਦੇ ਹਾਂ। ਮੋਟਾ ਸਾਰਾ ਸ਼ਤੀਰ ਛੱਤ ਦੇ ਥੱਲੇ ਪਾਇਆ ਹੁੰਦਾ ਸੀ। ਉਹਦੇ ਤੋਂ ਬਾਅਦ ਮੁੜ ਕੇ ਆਪਾਂ ਸ਼ਤੀਰ ਲਵਾ ਕੇ ਉਹਦੀਆਂ ਲੱਕੜਾਂ ਚਰਵਾ ਕੇ ਦਰਵਾਜ਼ੇ ਬਣਾ ਲਏ ਨਵੇਂ। ਉਹਦੀ ਜਗ੍ਹਾ ਗਾਡਰ ਪਾ ਦਿੱਤਾ, ਟੈਲਾਂ ਦੇ ਗਾਡਰ। ਹੁਣ ਉਹ ਵੀ ਉਤਾਰ ਕੇ ਤੇ ਫਿਰ ਸਰੀਆ ਦੇ ਸੀਮਟ ਬਜਰੀ ਲੈਂਡਰ ਸਿਸਟਮ ਆ ਗਿਆ ਹੈ। ਇੰਜ ਉਹਦੇ ਥੱਲੇ ਸਰੀਏ ਦੇ ਥੰਮੇ ਪਿੱਲਰ ਲਾਏ ਜਾਂਦੇ ਨੇ। ਕੁਛ ਵੀ ਲਾ ਲਓ, ਛੱਤ ਦੇ ਹੇਠਾਂ ਆਸਰਾ ਤਾਂ ਦੇਣਾ ਪੈਂਦਾ ਹੀ ਹੈ। ਭਾਵੇਂ ਜਿਹੜੀ ਮਰਜ਼ੀ ਸਪੋਰਟ ਲਾਓ, ਕੰਧਾਂ ਦੀ ਲਾਓ ਜਾਂ ਪਿੱਲਰਾਂ ਦੀ ਲਾਓ। ਸੋ ਛੱਤ ਦੇ ਵਿਚਕਾਰੋਂ ਜਿਹੜਾ ਪਿੱਲਰ ਹੈ, ਵੜਾ ਹੈ, ਸ਼ਤੀਰ ਹੈ, ਬਲ ਹੈ, ਉਹਦਾ ਖਿੱਚ ਲੈਣ ਦੇ ਨਾਲ ਮਕਾਨ ਨਹੀਂ ਠਹਿਰਦਾ ਹੈ। ਨਾਮ ਬਿਨਾ ਕੈਸੇ ਪਾਰ ਉਤਰੈ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਜ ਪਰਮੇਸ਼ਰ ਦੇ ਵਾਹਿਗੁਰੂ ਨਾਮ ਤੋਂ ਬਿਨਾਂ
ਜੀਵ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘ ਜਾਏਗਾ ਦੱਸੋ? ਪਾਪ ਨਹੀਂ ਪਾਰ ਲੰਘ ਸਕਦਾ। ਕੁੰਭ ਬਿਨਾ ਜਲ ਨਾ ਟਿਕਾਵੈ। ਪਹਿਲੇ ਹੁੰਦੇ ਸੀ ਮਿੱਟੀ ਦੇ ਘੜੇ ਪਕਾ ਕੇ ਤਿਆਰ ਕੀਤੇ ਹੋਏ ਝੱਜਰ ਆਦਿਕ। ਹੁਣ ਸਾਡੇ ਕੋਲ ਕੂਲਰ ਆਦਿਕ ਹੁੰਦੇ ਨੇ ਜਿਨ੍ਹਾਂ 'ਚ ਠੰਡਾ ਪਾਣੀ ਸਾਂਭਿਆ ਹੁੰਦਾ। ਅਤੇ ਕੂਲਰਾਂ ਤੋਂ ਬਾਅਦ ਹੁਣ ਫਰਿੱਜਾਂ ਦੇ ਵਿੱਚ ਹੀ ਸਾਰੇ ਸਿਸਟਮ ਆ ਗਏ ਨੇ। ਫਰਿੱਜ ਦੇ ਬਾਹਰ ਟੂਟੀ ਲੱਗੀ ਹੋਈ ਹੈ, ਉਹ ਵਿੱਚ RO ਸਿਸਟਮ ਵੀ ਲੱਗਾ ਹੋਇਆ, ਫਿਲਟਰ ਹੋ ਕੇ ਪਾਣੀ ਫਰਿੱਜ ਦੇ ਵਿੱਚੋਂ ਹੀ ਬਾਹਰੋਂ ਟੂਟੀ ਤਾਣੀ ਜਿੰਨੀ ਲੋੜ ਹੈ ਭਰੋ। ਸੋ ਜਿਵੇਂ ਘੜੇ ਤੋਂ ਬਿਨਾਂ ਪਾਣੀ ਟਿਕ ਨਹੀਂ ਸਕਦਾ, ਪਾਣੀ ਦੇ ਆਸਰੇ ਤੋਂ ਬਗੈਰ ਪਾਣੀ ਨਹੀਂ ਠਹਿਰਦਾ ਹੈ, ਇਸੇ ਪ੍ਰਕਾਰ ਭਗਤੀ ਰੂਪ ਪਾਣੀ ਵਾਲੇ ਹਿਰਦੇ ਤੋਂ ਬਿਨਾਂ ਪਰਮੇਸ਼ਰ ਦਾ ਪ੍ਰੇਮ ਰੂਪੀ ਪਾਣੀ ਨਹੀਂ ਠਹਿਰ ਸਕਦਾ। ਸਾਧੂ ਬਿਨ ਐਸੇ ਅਵਗਤ ਜਾਵੈ। ਇਸੇ ਤਰ੍ਹਾਂ ਸਾਧੂ ਸੰਤਾਂ ਦੀ ਸੰਗਤ ਜਾਂ ਸ੍ਰੇਸ਼ਟ ਗੁਰਾਂ ਦੀ ਸੰਗਤ ਤੋਂ ਬਿਨਾਂ ਜੀਵ ਬੇਗਤਾ ਹੀ ਪਰਲੋਕ ਨੂੰ ਜਾਂਦਾ, ਭਾਵ ਮੁਕਤੀ ਤੋਂ ਰਹਿਤ ਟੇਢੀਆਂ ਜੂਨਾਂ ਵਿੱਚ ਜਾਂਦਾ ਹੈ। ਰਹਾ ਜਾਰੋ ਤਿਸੈ ਜੋ ਰਾਮ ਨਾ ਚੇਤੈ। ਇਹ ਭਾਈ ਉਹ ਸਰੀਰ ਨੂੰ ਜਿਉਂਦਿਆਂ ਹੀ ਸਾੜ ਸੁੱਟੋ, ਜਿਹੜਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਨਹੀਂ ਕਰਦਾ, ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਇਸੇ ਪ੍ਰਕਾਰ ਜਾਰੋ ਤਿਸੈ ਜੋ ਰਾਮ ਨਾ ਚੇਤੈ। ਉਸ ਦੇਹ ਅਧਿਆਸ ਨੂੰ ਬ੍ਰਹਮ ਅਭਿਆਸ ਰੂਪੀ ਅੱਗ ਦੇ ਨਾਲ ਸਾੜ ਦੇਵੋ, ਜਿਸ ਦੇਹ ਅਧਿਆਸ ਕਾਰਨ ਪਰਮੇਸ਼ਰ ਯਾਦ ਨਹੀਂ ਆਉਂਦਾ। ਤਨ ਮਨ ਰਮਤ ਰਹਿ ਮਹਿ ਖੇਤੈ। ਜਿਸ ਦਾ ਇਹ ਤਨ ਸਥੂਲ ਸਰੀਰ ਤੇ ਮਨ ਸੂਖਮ ਸਰੀਰ ਸੰਸਾਰ ਰੂਪ ਖੇਤ ਦੇ ਵਿੱਚ ਵਿਸ਼ਿਆਂ ਦੇ ਆਸਰੇ ਹੋ ਕੇ ਰਮਿਆ ਰਹਿੰਦਾ ਹੈ, ਐਸੇ ਜੀਵ ਨੂੰ ਜਿਉਂਦੀਆਂ ਲੱਕੜਾਂ 'ਚ ਪਾ ਕੇ ਸਾੜ ਦੇਵੋ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸਨ, ਜਿਹੜਾ ਬੰਦਾ ਗਾਤਰਾ ਪਾ ਕੇ ਯਾਨੀ ਅੰਮ੍ਰਿਤ ਛਕ ਕੇ ਫਿਰ ਬਾਅਦ ਵਿੱਚ ਡਰਿੰਕ ਕਰਦਾ, ਸ਼ਰਾਬੀ ਕਬਾਬੀ ਹੈ, ਪੀਪਾ ਮਿੱਟੀ ਦਾ ਤੇਲ ਉਹਦੇ 'ਤੇ ਸੁੱਟ ਕੇ ਤੇ ਤੀਲੀ ਲਾ ਕੇ ਉਹਨੂੰ ਜਿਉਂਦਿਆਂ ਹੀ ਸਾੜ ਸੁੱਟੋ ਤਾਂ ਉਹਦੇ ਪਾਪ ਉਤਰਨਗੇ। ਮਤਲਬ ਕਹਿਣ ਤੋਂ ਕਿ ਅੰਮ੍ਰਿਤਧਾਰੀ ਹੋ ਕੇ ਜਿਹੜਾ ਗੁਨਾਹ ਕਰਨਾ ਹੈ ਉਹਦਾ ਪਾਪ 10 ਗੁਣਾ ਵੱਧ ਲੱਗਦਾ ਆਮ ਬੰਦੇ ਦੇ ਨਾਲੋਂ। ਤੋ ਇਸ ਲਈ ਇਹ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਵਿਸ਼ਿਆਂ ਦੇ ਹਮੇਸ਼ਾ ਆਸਰੇ ਉਹਦੇ ਵਿੱਚ ਖਚਤ ਰਹਿੰਦਾ ਹੈ, ਐਸੇ ਜੀਵ ਨੂੰ ਜਿਉਂਦੀਆਂ ਲੱਕੜਾਂ 'ਚ ਪਾ ਕੇ ਸਾੜ ਦੇਣਾ ਕਰੋ। ਜੈਸੇ ਜਲ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਵੇਂ ਹਲ ਹਾਲੀ ਜਾਂ ਹਲ ਜ਼ਮੀਨ ਵਾਹੁਣ ਦੇ ਸੰਦ ਤੇ ਪਾਣੀ ਤੋਂ ਬਿਨਾਂ ਜ਼ਮੀਨ ਬੀਜੀ ਨਹੀਂ ਜਾ ਸਕਦੀ ਹੈ। ਪਹਿਲਾਂ ਹਲ ਵਾਹੀਦਾ ਹੈ, ਉਹਦੇ ਤੋਂ ਬਾਅਦ ਸੁਹਾਗਾ ਫੇਰੀਦਾ ਤੇ ਬਾਅਦ ਵਿੱਚ ਪਾਣੀ ਲਾ ਕੇ ਜਦ ਜ਼ਮੀਨ ਬੱਤਰ ਆ ਜਾਏ ਤਾਂ ਬਹੁਤੀ ਸੁੱਕੀ ਵੀ ਨਾ ਹੋਵੇ, ਬਹੁਤੀ ਗਿੱਲੀ ਵੀ ਨਾ ਹੋਵੇ, ਉਹਦੇ ਵਿੱਚ ਮੁੜ ਕੇ ਬੀਜ ਬੀਜਦੇ ਹਨ। ਹਰੇਕ ਖੇਤੀ ਦਾ ਵੱਖੋ ਵੱਖਰਾ ਤਰੀਕਾ ਹੈ। ਇਉਂ ਪਾਣੀ ਤੇ ਹਲ ਤੋਂ ਬਗੈਰ ਤਾਂ
ਜ਼ਮੀਨ ਬੀਜੀ ਜਾ ਹੀ ਨਹੀਂ ਸਕਦੀ ਹੈ। ਇੰਜ ਵਿਚਾਰ ਰੂਪੀ ਹਲ ਹੈ ਤੇ ਮਨ ਰੂਪ ਹਾਲੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਦੋਖ ਸੁਹਾਗਾ, ਰਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ, ਸੇ ਕਰ ਪਾਗੜ ਦੇਖ ਬਾਬਾ। ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੈ ਕੋਈ। ਸੋ ਪ੍ਰੇਮ ਰੂਪਾਣੀ ਤੋਂ ਬਿਨਾ ਅਤੇ ਵਿਚਾਰ ਰੂਪੀ ਹਲ, ਮਨ ਰੂਪੀ ਹਾਲੀ ਤੋਂ ਬਿਨਾ ਅੰਦਰ ਸ਼ੁਭ ਗੁਣਾਂ ਦਾ ਬੀਜ ਬੀਜਿਆ ਨਹੀਂ ਜਾ ਸਕਦਾ ਹੈ। ਸੂਤ ਬਿਨਾ ਕੈਸੇ ਮਣੀ ਪਰੋਈਐ। ਸੂਤਰ ਤੋਂ ਬਿਨਾ, ਧਾਗੇ ਤੋਂ ਬਿਨਾ ਕਿੰਜ ਮਾਲਾ ਦੇ ਮਣਕੇ ਪਰੋਏ ਜਾ ਸਕਦੇ ਨੇ? ਮਤਲਬ ਨਹੀਂ ਪਰੋਏ ਜਾ ਸਕਦੇ। ਇੰਜ ਪਰਮੇਸ਼ਰ ਦੇ ਨਾਮ ਰੂਪ ਧਾਗੇ ਤੋਂ ਬਿਨਾ ਕਰੁਣਾ, ਮਦਤਾ, ਮੈਤਰੀ, ਉਪੇਖਿਆ ਆਦਿਕ ਸ਼ੁਭ ਗੁਣਾ ਰੂਪੀ ਮਣਕੇ ਕਿੰਜ ਕੋਈ ਹਿਰਦੇ ਰੂ ਮਾਲਾ 'ਚ ਪਰੋ ਸਕਦਾ? ਮਤਲਬ ਨਹੀਂ ਪਰੋ ਸਕਦਾ। ਜਾਂ ਸਵਾਸਾਂ ਰੂਪ ਧਾਗੇ ਤੋਂ ਬਿਨਾ ਕਰੁਣਾ, ਮਦਤਾ, ਮੈਤਰੀ ਆਦਿ ਗੁਣਾਂ ਨੂੰ ਹਿਰਦੇ ਵਿੱਚ ਪਰੋ ਲਵੋਗੇ? ਭਾਵ ਨਹੀਂ ਪਰੋ ਸਕਦੇ। ਜਾਂ ਪ੍ਰੇਮ ਰੂਪ ਧਾਗੇ ਤੋਂ ਬਿਨਾ ਭਗਤੀ ਰੂਪ ਮਣੀ ਨੂੰ ਕਿੰਜ ਦਿਲ ਵਿੱਚ ਪਰੋ ਲਵੋਗੇ? ਭਾਵ ਨਹੀਂ ਪਰੋ ਸਕਦੇ। ਰਾਗ ਮਾਲਾ ਪੜੋਗੇ ਤਾਂ ਮਨ ਦੇ ਵਿੱਚ ਸ਼ੁਭ ਗੁਣ ਹੋਣਗੇ। ਰਾਗ ਦਾ ਅਰਥ ਹੈ ਪ੍ਰੇਮ। ਪ੍ਰੇਮ ਦੀ ਮਾਲਾ ਹਿਰਦੇ ਵਿੱਚ ਧਾਰਨ ਕਰਨੀ ਪਊਗੀ। ਕੁੰਡੀ ਬਿਨਾ ਕਿਆ ਗੰਠ ਚੜਾਈਐ। ਮਰੋੜੀ ਦਿੱਤੇ ਤੋਂ ਬਿਨਾ ਗੰਢ ਕਿਵੇਂ ਚਾੜੀ ਜਾ ਸਕਦੀ ਹੈ? ਭਾਵ ਨਹੀਂ ਚਾੜੀ ਜਾ ਸਕਦੀ। ਇੰਜ ਜੁਗਤੀ ਰੂਪ ਮਰੋੜੀ ਤੋਂ ਬਿਨਾ ਪ੍ਰੀਤੀ ਰੂਪ ਗੰਢ ਕਿਵੇਂ ਚਾੜੋਗੇ? ਭਾਵ ਪਰਮੇਸ਼ਰ ਦੇ ਨਾਲ ਪ੍ਰੇਮ ਕਿਵੇਂ ਕਰੋਗੇ? ਮਤਲਬ ਨਹੀਂ ਕਰ ਸਕਦੇ। ਸਾਧੂ ਬਿਨਾ ਤਸ ਅਵਗਤ ਜਾਈਐ। ਉਸੇ ਤਰ੍ਹਾਂ ਸਾਧੂ ਸੰਤਾਂ ਜਾਂ ਸੰਤਾਂ ਦੀ ਸੰਗਤ ਤੋਂ ਬਿਨਾ ਜੀਵ ਬੇਗਤਾ, ਮੁਕਤੀ ਤੋਂ ਰਹਿਤ ਪਰਲੋਕ ਦੇ ਵਿੱਚ ਜਾਂਦਾ ਹੈ। ਜਾਂ ਟੇਢੀ ਗਤੀ, ਟੇਢੀਆਂ ਜੂਨਾਂ ਵਿੱਚ ਜਾਣਾ ਕਰਦਾ ਹੈ। ਜੈਸੇ ਮਾਤ ਪਿਤਾ ਬਿਨ ਬਾਲਨ ਹੋਈ। ਜਿਵੇਂ ਮਾਂ ਤੇ ਪਿਓ ਤੋਂ ਬਿਨਾ ਬੱਚਾ ਪੈਦਾ ਨਹੀਂ ਹੁੰਦਾ ਹੈ, ਇਸੇ ਪ੍ਰਕਾਰ ਖਿਮਾ ਰੂਪੀ ਮਾਤਾ ਤੇ ਸੰਤੋਖ ਰੂਪੀ ਪਿਤਾ ਹੈ। ਇਹਦੇ ਤੋਂ ਬਿਨਾ ਗਿਆਨ ਰੂਪੀ ਬੱਚੇ ਪੁੱਤਰ ਦੀ ਹਿਰਦੇ ਵਿੱਚ ਉਤਪਤੀ ਨਹੀਂ ਹੁੰਦੀ ਹੈ। ਬਿੰਬ ਬਿਨਾ ਕੈਸੇ ਕੱਪੜੇ ਧੋਈ। ਪਾਣੀ ਤੋਂ ਬਗੈਰ ਕਿਵੇਂ ਕੱਪੜੇ ਧੋਤੇ ਜਾਣਗੇ? ਦੱਸੋ, ਨਹੀਂ ਧੋਤੇ ਜਾਣਗੇ। ਇੰਜ ਨਾਮ ਰੂਪੀ ਸਾਬਣ ਤੇ ਪ੍ਰੇਮ ਰੂਪ ਪਾਣੀ ਤੋਂ ਬਿਨਾ ਅੰਤःਕਰਨ ਰੂਪੀ ਕੱਪੜੇ ਕਿੰਜ ਧੋਤੇ ਜਾਣਗੇ? ਭਾਵ ਸੁਖ ਹੋਣਗੇ, ਸੋ ਸ਼ੁੱਧ ਹੋਣਗੇ, ਅਰਥਾਤ ਇਹ ਸ਼ੁੱਧ ਨਹੀਂ ਹੋ ਸਕਦੇ ਹਨ। ਘੋਰ ਬਿਨਾ ਕੈਸੇ ਅਸਵਾਰ। ਘੋੜਾ ਹੀ ਨਹੀਂ ਹੈ ਤੇ ਘੋੜੇ ਤੋਂ ਬਿਨਾ ਕੋਈ ਮਨੁੱਖ ਘੋੜ ਸਵਾਰ ਕਿੰਜ ਹੋ ਸਕਦਾ? ਭਾਵ ਨਹੀਂ ਹੋ ਸਕਦਾ। ਇੰਜ ਗਿਆਨ ਰੂਪੀ ਘੋੜੇ ਤੋਂ ਬਿਨਾ ਜਗਿਆਸੂ ਜਨ ਦੀ ਤੁਰਿਆ ਪਈ ਦੇ ਵਿੱਚ ਕਿੰਜ ਸਵਾਰੀ ਹੋ ਸਕਦੀ ਹੈ? ਭਾਵ ਨਹੀਂ ਹੋ ਸਕਦੀ। ਸਾਧੂ ਬਿਨਾ ਨਾਹੀ ਦਰਬਾਰ। ਜਿਵੇਂ ਸਾਧੂ ਸੰਤਾਂ ਜਾਂ ਸੰਤਾਂ ਦੀ ਸੰਗਤ ਕੀਤੇ ਤੋਂ ਬਿਨਾ ਦਰਬਾਰ ਸਤ ਸਰੂਪ ਦੀ ਪ੍ਰਾਪਤੀ ਵਾਲਾ ਦਰ ਪ੍ਰਾਪਤ ਨਹੀਂ ਹੋ ਸਕਦਾ ਹੈ। ਜਾਂ ਆ ਹੁਣ ਦਰਬਾਰ ਸਾਹਿਬ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਸਾਧ ਸੰਗਤ ਬੈਠੀ ਨਾ ਹੋਵੇ, ਕਬੂਤਰੀ ਤੁਰੇ ਫਿਰਦੇ ਹੋਣ ਤੇ ਦਰਬਾਰ ਸਾਹਿਬ ਦੱਸੋ ਹੋਊਗਾ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਇਹ ਸੰਗਤਾਂ ਵਾਸਤੇ ਹੀ ਹੈ। ਗੁਰਦੁਆਰੇ ਜੇ ਖਾਲੀ ਪਏ ਰਹਿਣ
ਕੱਲੇ ਕਬੂਤਰ ਕੁੱਤੇ ਬਿੱਲੇ ਹੀ ਆਉਂਦੇ ਜਾਂਦੇ ਰਹਿਣ ਤਾਂ ਫਿਰ ਕੋਈ ਲਾਭ ਨਹੀਂ। ਮਾਫ ਕਰਨਾ, ਇਉਂ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੀ ਸੰਗਤ ਜੁੜੀ ਹੋਵੇ ਤਾਂ ਹੀ ਸ਼ੋਭਾ ਪਾਉਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ 8 ਪੈਰ ਕੀਰਤਨ ਹੁੰਦਾ ਰਹਿੰਦਾ ਤੇ ਸੰਗਤ ਜੁੜ ਕੇ ਕੀਰਤਨ ਸੁਣਦੀ ਹੈ। ਇਹ ਤਾਂ ਹੈ ਦਰਬਾਰ ਸਾਹਿਬ ਦੀ ਸ਼ੋਭਾ। ਤੇ ਜੇ ਸੰਗਤ ਨਹੀਂ ਹੈ ਤਾਂ ਫਿਰ ਸਾਧੂ ਤੋਂ ਬਗੈਰ ਦਰਬਾਰ ਕਿਵੇਂ ਸ਼ੋਭਦਾ ਹੈ। ਜਾਂ ਸੰਗਤ ਕੀਤੇ ਤੋਂ ਬਿਨਾ ਸਤ ਸਰੂਪ ਦੀ ਪ੍ਰਾਪਤੀ ਵਾਲਾ ਦਰ ਪ੍ਰਾਪਤ ਨਹੀਂ ਹੋ ਸਕਦਾ। ਜੈਸੇ ਬਾਜੇ ਬਿਨਾ ਨਹੀਂ ਲੀਜੈ ਫੇਰੀ। ਜਿਵੇਂ ਵਾਜੇ ਤੋਂ ਬਿਨਾ ਨੱਚਣ ਵਾਲਾ ਭਾਂਡਣੀ ਨਹੀਂ ਲੈ ਸਕਦੇ, ਜਿੰਨੇ ਨੱਚਣ ਵਾਲੇ ਨੇ ਉਹ ਵਾਜੇ ਨਾਲ ਹੀ ਭਾਂਡਣੀ ਲੈਂਦੇ ਨੇ, ਇੰਜ ਪਰਮੇਸ਼ਰ ਦੇ ਨਾਮ ਰੂ ਵਾਜੇ ਤੋਂ ਬਿਨਾ ਜਮਨ ਮਰਨ ਵੱਲੋਂ ਫੇਰੀ ਨਹੀਂ ਲਈ ਜਾ ਸਕਦੀ। ਭਾਵ ਜਮਨ ਮਰਨ ਤੋਂ ਰਹਿਤ ਨਹੀਂ ਹੋ ਸਕੀਦਾ। ਖਾਸਮ ਦੁਹਾਗਨ ਤਜ ਆਉ ਹੇਰੀ। ਜਿਹੜੀ ਖੋਟੇ ਭਾਗਾਂ ਵਾਲੀ ਆਪਣੇ ਮਾਲਕ ਪਤੀ ਨੂੰ ਛੱਡ ਕੇ ਹੋਰਨਾਂ ਨੂੰ ਮੰਦ ਦ੍ਰਿਸ਼ਟੀ ਨਾਲ ਵੇਖਦੀ ਹੈ, ਉਹ ਸੁਹਾਗਣ ਨਹੀਂ ਕਹਾ ਸਕਦੀ, ਜਿੰਨੀ ਮਰਜ਼ੀ ਰੀਸ ਕਰ ਲਏ। ਇੰਜ ਜਿਹੜੀ ਮਨਮੁਖ ਦੁਹਾਗਣ ਇਸਤਰੀ ਆਪਣੇ ਮਾਲਕ ਪਤੀ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦੇਵੀ ਦੇਵਤਿਆਂ ਵੱਲ ਵੇਖਦੀ ਹੈ, ਉਹ ਪਤੀ ਪ੍ਰਭੂ ਦੇ ਸੁਹਾਗ ਵਾਲੀ ਨਹੀਂ ਕਹਾ ਸਕਦੀ। ਭਾਵ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਨਹੀਂ ਮਾਣ ਸਕਦੀ ਹੈ। ਇਸੇ ਪ੍ਰਕਾਰ ਨਾਮ ਤੋਂ ਬਗੈਰ, ਸਾਧੂ ਤੋਂ ਬਗੈਰ ਜਿਹੜਾ ਪੁਰਖ ਹੈ ਉਹ ਹਮੇਸ਼ਾ ਦੁਖੀ ਹੁੰਦਾ ਰਹਿੰਦਾ ਹੈ। ਕਹੈ ਕਬੀਰ ਏਕੈ ਕਰ ਕਰਨਾ। ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ, ਜੇਕਰ ਇੱਕ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਅਤੇ ਗੁਰਮੁਖਤਾਈ ਵਾਲਾ ਜੀਵਨ ਹੋਵੇ ਜਾਂ ਮੁਖੀ ਗੁਰਾਂ ਦੁਆਰਾ ਜੀਵਨ ਨੂੰ ਬਣਾਉਣ ਵਾਲਾ ਹੋਵੇ ਤਾਂ ਮੁੜ ਕੇ ਮਰਨਾ ਨਹੀਂ ਹੁੰਦਾ ਹੈ। ਗੌਂਡ ਰਾਗ ਦੇ ਵਿੱਚ ਕਬੀਰ ਸਾਹਿਬ ਨੇ ਇਹ ਪਾਵਨ ਸ਼ਬਦ ਉਸ ਵਕਤ ਉਚਾਰਿਆ। ਭਗਤ ਕਬੀਰ ਸਾਹਿਬ ਜੀ ਸਾਧੂਆਂ ਤੇ ਸੰਗਤ ਦੀ ਬਹੁਤ ਸੇਵਾ ਕਰਿਆ ਕਰਦੇ ਸਨ। ਸਾਧ ਸੰਗਤ ਦੀ ਸੇਵਾ ਕਰਦਿਆਂ ਵੇਖ ਕੇ ਬ੍ਰਾਹਮਣ ਲੋਕ ਭਗਤ ਜੀ ਤੇ ਗੁੱਸਾ ਕਰਦੇ ਜਾਂ ਭਗਤ ਜੀ ਨਾਲ ਈਰਖਾ ਕਰਦੇ ਸਨ ਕਿ ਕਬੀਰ ਸਾਧਾਂ ਦੀ ਸੇਵਾ ਕਰਾਉਂਦਾ ਤੇ ਇਸ ਕਰਕੇ ਸਾਡਾ ਪਰਚਾ ਘਟ ਗਿਆ ਹੈ। ਇੱਕ ਦਿਨ ਬ੍ਰਾਹਮਣ ਆਪਸ 'ਚ ਸਲਾਹ ਕਰਕੇ ਕਬੀਰ ਜੀ ਨਾਲ ਚਰਚਾ ਕਰਨ ਵਾਸਤੇ ਆਏ ਤੇ ਆ ਕੇ ਕਬੀਰ ਜੀ ਨੂੰ ਕਹਿਣ ਲੱਗੇ, ਕਬੀਰ ਤੂੰ ਸਾਧਾਂ ਦੇ ਫੱਫੇ ਕੁੱਟਣਾ ਹੈ, ਭਾਵ ਤੂੰ ਲੋਕਾਂ ਨੂੰ ਸਾਧਾਂ ਨਾਲ ਮਿਲਾਉਂਦਾ ਹੈ, ਇਸ ਕਰਕੇ ਸਾਡਾ ਪਰਚਾ ਘਟ ਗਿਆ ਹੈ। ਭਗਤ ਕਬੀਰ ਜੀ ਆਪਣੇ ਆਨੰਦ 'ਚ ਬੈਠੇ ਸਨ। ਐਸੇ ਬਚਨ ਸੁਣ ਕੇ ਭਗਤ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ। ਪਹਿਲਾਂ ਰਹਾਉ ਵਾਲੀ ਪੰਕਤੀ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਰਹਾਉ ਵਾਲੀ ਪੰਕਤੀ ਤੋਂ ਅਰਥ ਚੁੱਕਾਂਗੇ ਤਾਂ ਵਿਵਸਥਾ ਸਹੀ ਬੈਠੇਗੀ। ਫਿਰ ਆਰੰਭ ਤੋਂ ਆਪਾਂ ਸ਼ਬਦ ਪੜ੍ਹਾਂਗੇ। ਪਹਿਲਾਂ ਰਹਾਉ ਦੀਆਂ 2 ਪੰਕਤੀਆਂ ਸਰਵਣ ਕਰੋ ਜੀ। ਕੂਟਨ ਕਿਸੈ ਕਹੋ ਸੰਸਾਰ। ਇਹ ਸੰਸਾਰੀ ਜੀਵੋ, ਤੁਸੀਂ ਫੱਫੇ ਕੁੱਟਣਾ ਮੈਨੂੰ ਦੱਸ ਦਿਓ ਜਾਂ ਕਿਸੇ ਹੋਰ ਨੂੰ ਕਹਿੰਦੇ ਹੋ, ਕਿਉਂਕਿ ਸਗਲ ਬੋਲਨ ਕੇ ਮਾਹੇ ਵਿਚਾਰ। ਸਾਰਿਆਂ ਦੇ ਬੋਲਣ ਚੱਲਣ ਵਿੱਚ ਅਸੀਂ ਤਾਂ ਵਿਚਾਰ ਹੀ ਕੱਢਾਂਗੇ। ਤੁਸੀਂ ਭਾਵੇਂ ਕਿੰਨੀਆਂ ਮਰਜ਼ੀ ਤਰਕਾਂ ਮਾਰ ਲਵੋ। ਇਹ ਜਿਹੜੀ ਸਾਡੀ ਪੰਜਾਬੀ ਬੋਲੀ ਹੈ, ਇੱਕ ਇੱਕ ਅੱਖਰ ਦੇ ਕਈ ਅਰਥ ਨਿਕਲਦੇ ਹਨ। ਜਿਹੜੇ ਪਾਸੇ ਮਰਜ਼ੀ ਅਰਥ ਲਾ ਲਓ, ਜਿਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਉਸ ਤਰ੍ਹਾਂ ਦੀ ਅਰਥ ਬਣ ਜਾਂਦੇ ਨੇ।
ਇਸ ਲਈ ਪਿਆਰ ਨਾਲ ਸੁਣੋ। ਰਹਾਉ। ਸਮਝ ਲਓ ਕਿ ਸ਼ਬਦ ਦਾ ਸਰਲੇਖ ਹੈ, ਜਿਹੜੀਆਂ ਰਾਹੋਂ ਵਾਲੀਆਂ ਪੰਕਤੀਆਂ ਨੇ। ਹੁਣ ਆਰੰਭ ਤੋਂ ਸਰਵਣ ਕਰੋ। ਕੂਟਨ ਸੋਏ ਜੋ ਮਨ ਕਉ ਕੂਟੈ। ਸਾਡੀ ਮਤ ਅਨੁਸਾਰ ਫਫੇ ਕੁੱਟਣਾ ਉਹ ਹੈ ਜਿਹੜਾ ਮਨ ਚਿੱਤ ਦੇ ਮੰਦੇ ਸੁਭਾਅ ਨੂੰ ਅੰਦਰੋਂ ਕੁੱਟ ਦੇਣਾ ਗਾ ਹੈ। ਭਾਵ ਮਨ ਦੇ ਅੰਦਰੋਂ ਪੈੜੇ ਸੰਕਲਪ ਕੱਢ ਕੇ ਨੇਕੀ ਨੂੰ ਧਾਰਨ ਕਰ ਲਵੇ, ਸੋ ਫਫੇ ਕੁੱਟਣਾ, ਸੋ ਤਾਂ ਮੈਂ ਹੈ ਹੀ ਹਾਂ। ਮਨ ਕੂਟੈ ਤਉ ਜਮ ਤੇ ਛੂਟੈ। ਜਦ ਮਨ ਚਿੱਤ ਦੇ ਮੰਦੇ ਸੁਭਾਅ ਨੂੰ ਜਾਂ ਚਿੱਤ ਨੂੰ ਕਸੰਗਤ ਵੱਲੋਂ ਕੁੱਟ ਕੇ, ਭਾਵ ਰੋ ਕੇ ਦੈਵੀ ਸੰਪਦਾ ਵੱਲ ਜੋੜ ਲਵੇ, ਤਦ ਯਮਦੂਤਾਂ ਤੋਂ ਜੀਵ ਛੁੱਟ ਸਕਦਾ, ਮੁਕਤ ਹੋ ਸਕਦਾ ਹੈ। ਕੁਟ ਕੁਟ ਮਨ ਕਸ ਵੱਟੀ ਲਾਵੈ। ਜੋ ਪੁਰਖ ਕੁੱਟ ਕੇ ਭਾਵ ਬਾਰ ਸਮਦਮ ਸਾਧਨਾ ਦੁਆਰਾ ਆਪਣੇ ਇਸ ਮਨ ਨੂੰ, ਚਿੱਤ ਨੂੰ ਵਿਸ਼ਿਆਂ ਵੱਲੋਂ ਹਟਾ ਕੇ ਭਗਤੀ ਰੂਪ ਕਸੌਟੀ 'ਚ ਲਾਉਣਾ ਕਰਦਾ ਜਾਂ ਪਰਖ ਰੂਪ ਕਸੌਟੀ ਦੇ ਲਾਉਣਾ ਕਰਦਾ ਹੈ, ਸੋ ਕੂਟਨ ਮੁਕਤ ਬਹੁ ਪਾਵੈ। ਉਹ ਮਨ ਦੇ ਮੰਦੇ ਸੁਭਾਅ ਨੂੰ ਕੁੱਟਣ ਵਾਲਾ ਪੁਰਖ ਬਹੁਤੀ ਵੱਡੀ ਕੇਵਲ ਮੁਕਤੀ ਨੂੰ ਪਾ ਲੈਂਦਾ ਹੈ। ਕੂਟਨ ਕਿਸੈ ਕਹੋ ਸੰਸਾਰ। ਤੁਸੀਂ ਐ ਸੰਸਾਰੀ ਲੋਕੋ ਕਿਸ ਨੂੰ ਫਫੇ ਕੁੱਟਣਾ ਕਹਿੰਦੇ ਹੋ? ਸਗਲ ਬੋਲਣ ਕੇ ਮਾਹੇ ਵਿਚਾਰ। ਕਿਉਂਕਿ ਸਾਰੇ ਬੋਲਣਾ ਦੇ ਵਿੱਚ ਜਿੰਨੇ ਵੀ ਬੋਲਦੇ ਨੇ ਉਹਨਾਂ 'ਚ ਵਿਚਾਰ ਹੁੰਦੀ ਹੈ। ਉਹਦੇ ਅਰਥ ਆਪੋ ਆਪਣੇ ਸੁਭਾਅ ਮੁਤਾਬਕ ਨਿਕਲਦੇ ਹਨ। ਜਿਵੇਂ ਤਿੱਤਰ ਬੋਲ ਰਿਹਾ ਸੀ ਤੇ ਤਿੰਨ ਬੰਦਿਆਂ ਨੇ ਉਹਦੀ ਆਵਾਜ਼ ਸੁਣੀ। ਕਹਿੰਦੇ ਵੇਖੋ ਕਿਆ ਸੋਹਣਾ ਤਿੱਤਰ ਬੋਲ ਰਿਹਾ ਹੈ। ਉਹਨਾਂ ਦੇ ਵਿੱਚੋਂ ਇੱਕ ਸੀ ਬਾਣੀਆ। ਕਹਿੰਦੇ ਵੇਖੋ ਤਿੱਤਰ ਕਿਆ ਸੋਹਣਾ ਬੋਲ ਰਿਹਾ। ਲੂਣ ਗੰਢੇ ਤੇਲ ਅਦਰਕ, ਲੂਣ ਗੰਢੇ ਤੇਲ ਅਦਰਕ। ਉਹ ਦੂਜਾ ਪਹਿਲਵਾਨ ਸੀ, ਕਹਿੰਦਾ ਨਹੀਂ ਓਏ ਤੈਨੂੰ ਨਹੀਂ ਪਤਾ ਲੱਗਦਾ, ਧਿਆਨ ਨਾਲ ਸੁਣ। ਇਹ ਕਹਿ ਰਿਹਾ ਖਾ ਘਿਓ ਕਰ ਕਸਰਤ, ਖਾ ਘਿਓ ਕਰ ਕਸਰਤ। ਰੱਬ ਦਾ ਬੰਦਾ ਸੰਤ ਭਗਤ ਵੀ ਨਾਲ ਸੀ। ਕਹਿੰਦੇ ਗੁਰਮੁਖੋ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਸੁਣ ਰਿਹਾ। ਆ ਵੇਖੋ ਸੁਣੋ ਧਿਆਨ ਨਾਲ। ਤਿੱਤਰ ਕਹਿ ਰਿਹਾ ਸੁਬਹਾਨ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ। ਗੱਲ ਇੱਕੋ ਹੀ ਹੈ। ਮਤਲਬ ਜਿਸ ਤਰ੍ਹਾਂ ਕਿਸੇ ਦਾ ਸੁਭਾਅ ਉਸ ਤਰ੍ਹਾਂ ਕੈਚਮੈਂਟ ਹੈ। ਇਉਂ ਸੋ ਜਿੰਨੇ ਵੀ ਬੋਲ ਆਪਾਂ ਬੋਲਦੇ ਹਾਂ ਉਹਨਾਂ 'ਚ ਲੌਜਿਕ ਹੈ। ਕੋਈ ਚੰਗਾ ਲੌਜਿਕ ਲੈਂਦਾ ਹੈ, ਕੋਈ ਮਾੜਾ ਲੈਂਦਾ ਹੈ। ਆ ਗੰਦੇ ਮੰਦੇ ਗੀਤ ਗਾਣੇ ਵੀ ਨੇ, ਦੁਨਿਆਵੀ ਪਾਸੇ ਮਨ ਨੂੰ ਖਰਾਬ ਕਰਦੇ ਨੇ। ਜੇ ਰੱਬ ਵਾਲੇ ਪਾਸੇ ਲਾ ਲਈਏ, ਬਾਣੀ ਵਿੱਚ ਤਾਂ ਇਸ ਤਰ੍ਹਾਂ ਲਿਖਿਆ ਹੋਇਆ, ਜੀਵ ਨੂੰ ਇਸਤਰੀ ਲਿਖਿਆ ਹੈ, ਪ੍ਰਭੂ ਨੂੰ ਪਤੀ ਲਿਖਿਆ ਹੈ। ਗੱਲ ਤਾਂ ਉਹੀ ਹੈ। ਤੋ ਇਸੇ ਤਰ੍ਹਾਂ ਦੋਸਤੀ ਮਿੱਤਰਤਾ ਦੀ ਵੀ ਬਾਤ ਕੀਤੀ ਹੈ। ਸੁਣ ਯਾਰ ਹਮਾਰੇ ਸੱਜਣੇ ਕਰੋ ਬੇਨੰਤੀ ਆ। ਆਪਾਂ ਯਾਰ ਕਿਹਨੂੰ ਕਹਿੰਦੇ ਆ? ਮਹਾਰਾਜ ਨੇ ਪ੍ਰਭੂ ਨੂੰ ਆਖਿਆ ਹੈ। ਅਸਲੀ ਯਾਰ ਤਾਂ ਉਹੀ ਹੈ ਨਾ ਬਈ, ਜਿਹੜਾ ਮਾਤਾ ਦੇ ਗਰਭ ਦਾ ਜੰਮਣ ਤੋਂ ਪਹਿਲਾਂ ਦਾ ਵੀ ਹੈ ਤੇ ਮਰਨ ਤੋਂ ਬਾਅਦ ਵੀ ਮਾਂ ਫੜਦਾ। ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਦਾ ਸੁਭਾਅ ਹੈ ਉਸ ਤਰ੍ਹਾਂ ਦੇ ਅਰਥ ਨੇ। ਹਰੇਕ ਬੋਲਣ ਦੇ ਵਿੱਚ ਆਪੋ ਆਪਣੀ ਵਿਚਾਰ ਹੁੰਦੀ ਹੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਫਿਰ ਬ੍ਰਾਹਮਣ ਲੋਕ ਕਹਿਣ ਲੱਗੇ ਹੇ ਕਬੀਰ ਤੂੰ ਤਾਂ ਸਾਧਾਂ ਦੇ ਅੱਗੇ ਹਰ ਵਕਤ ਨੱਚਦਾ ਹੀ ਫਿਰਦਾ ਰਹਿੰਦਾ। ਇਹ ਸੁਣ ਕੇ ਕਬੀਰ ਜੀ ਕਹਿੰਦੇ ਹਨ ਨਾਚਨ ਸੋਏ ਜੋ ਮਨ ਸਿਉ ਨਾਚੈ। ਸਾਧਾਂ ਅੱਗੇ ਨੱਚਣਾ ਚੰਗਾ ਹੀ ਹੈ ਨਾ, ਘਰ ਦਿਆਂ ਅੱਗੇ ਨੱਚਣਾ ਤਾਂ ਨਹੀਂ ਚੰਗਾ। ਦੁਨੀਆ ਘਰ ਦਿਆਂ ਅੱਗੇ ਨੱਚਦੀ ਹੈ। ਹੇ ਭਾਈ ਸਾਡੀ ਬੁੱਧੀ ਅਨੁਸਾਰ ਨੱਚਣਾ ਉਹ ਹੈ ਜਿਹੜਾ ਚਿੱਤ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਰਣਾ ਕਰਨਾ ਹੈ। ਸੇਵਾ ਭੱਜ ਭੱਜ ਕੇ ਕਰਨੀ ਹੈ।
ਸਾਧੂ ਸੰਤਾਂ ਦੀ ਸੰਗਤ ਵਿੱਚ ਭੱਜ ਭੱਜ ਕੇ ਜਾਣਾ, ਇਹ ਨੱਚਣਾ ਮਾੜਾ ਨਹੀਂ ਹੈ, ਇਹ ਨੱਚਣਾ ਚੰਗਾ ਹੈ। ਜਿਹੜੀਆਂ ਘਰ ਦੀਆਂ ਪਰਿਕਰਮਾ ਕਰੀ ਜਾਣੀਆਂ, ਬਰੂਹਾਂ ਅੱਗੇ ਦੀਵੇ ਜਗਾ ਕੇ ਧੂਪ ਦਿਖਾਈ ਜਾਣੀ, ਇਹਦਾ ਕੋਈ ਅਰਥ ਨਹੀਂ ਹੈ। ਝੂਠ ਨ ਪਤੀਐ ਪਰਚੈ ਸਾਚੈ। ਕਈ ਮੇਰੇ ਵਰਗੇ ਬਾਥਰੂਮ ਚੋਂ ਨਹੀਂ ਨਿਕਲਣਗੇ, ਮਾਫ ਕਰਨਾ। ਅੰਮ੍ਰਿਤ ਵੇਲਾ ਉਹ ਸਾਰਾ ਹੀ ਬੰਦਾ ਆਪ ਦੀ ਸਾਫ ਸਫਾਈ 'ਚ ਲੰਘਾ ਦੇਊਗਾ। ਨਿਤਨੇਮ ਕੀ ਕਰਨਾ, ਗੁਰਦੁਆਰੇ ਕੀ ਆਉਣਾ, ਜੇ ਆਪਦੇ ਉੱਪਰੋਂ ਹੀ ਵੇਲ ਨਹੀਂ ਮਿਲਿਆ, ਪਾਊਡਰ ਕਰੀਮਾਂ ਤੋਂ ਹੀ ਕੱਪੜਿਆਂ ਲੀੜ ਤੋਂ ਬੰਦਾ ਨੂੰ ਵੇਲ ਨਹੀਂ ਮਿਲਿਆ, ਤਾਂ ਭਗਤੀ ਕਿੱਥੇ ਕਰੂਗਾ। ਉਹੀ ਟਾਈਮ ਨਿਤਨੇਮ ਦਾ, ਬੰਦਗੀ ਦਾ ਹੈ, ਉਹੀ ਸਾਫ ਸਫਾਈ ਦੇ ਲੰਘਾ ਦਿੱਤੀ। ਤੇ ਇਸ ਵਾਸਤੇ ਇਹ ਨੱਚਣਾ ਕੋਈ ਸਹੀ ਨਹੀਂ ਹੈ। ਜੋ ਮਹਾਰਾਜ ਦੀ ਸੇਵਾ ਦੇ ਵਿੱਚ, ਸੰਗਤ ਦੇ ਵਿੱਚ ਨੱਚਣਾ, ਮਤਲਬ ਕਹਿਣ ਤੋਂ ਭਾਵ ਮੂਵਮੈਂਟ 'ਚ ਰਹਿਣਾ, ਇਹ ਅਸਲੀ ਸੋ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਝੂਠ ਨ ਪਤੀਐ ਪਰਚੈ ਸਾਚੈ। ਮਿਥਿਆ ਪ੍ਰਪੰਚ ਪਦਾਰਥਾਂ ਵਿਸ਼ਿਆਂ 'ਚ ਨਾ ਪਤੀਜਨਾ ਕਰੇ। ਹਮੇਸ਼ਾ ਸੱਚੇ ਨਾਮ ਦੇ ਪਰਚੇ ਚਿੱਤ ਨੂੰ ਪਰਚਾਉਣਾ ਕਰੇ, ਸੱਚੇ ਪਰਮੇਸ਼ਰ 'ਚ ਪ੍ਰੇਮ ਕਰੇ। ਇਸ ਮਨ ਆਗੇ ਪੂਰੈ ਤਾਲ। ਇਹ ਮਨ ਚਿੱਤ ਦੇ ਅੱਗੇ ਪਰਮੇਸ਼ਰ ਦਾ ਜਸ ਕਰਨ ਰੂਪ, ਜਾਂ ਸ਼੍ਰੋਮਣੀ ਪਰਮੇਸ਼ਰ ਅੱਗੇ ਮਹਾਂਵਾਕਾਂ ਦਾ ਉਚਾਰ ਕਰਨ ਰੂਪ, ਜਾਂ ਸਮਦਮ ਸਾਧਨਾ ਰੂਪ, ਜਾਂ ਸੰਕਲਪਾਂ ਵਿਕਲਪਾਂ ਦਾ ਤਿਆਗ ਕਰਨ ਰੂਪ ਤਾਲ ਪੂਰਨਾ ਕਰੇ। ਇਸ ਨਾਚਨ ਕੇ ਮਨ ਰਖਵਾਲ। ਇਸ ਪ੍ਰਕਾਰ ਦੇ ਨੱਚਣ ਨਿਰਤਕਾਰੀ ਕਰਨ ਵਾਲੇ ਪੁਰਖ ਦੇ ਮਨ ਚਿੱਤ ਦਾ ਰੱਖਿਅਕ ਪਰਮੇਸ਼ਰ ਹੈ, ਜਾਂ ਇਸ ਤਰ੍ਹਾਂ ਦੇ ਨਿਰਤਕਾਰੀ ਕਰਨ ਵਾਲੇ ਪੁਰਖ ਦਾ ਸ਼੍ਰੋਮਣੀ ਪਰਮੇਸ਼ਰ ਰਖਵਾਲਾ ਹੈ। ਫਿਰ ਇੱਕ ਹੋਰ ਬ੍ਰਾਹਮਣ ਬੋਲਿਆ ਕਿ ਇਹ ਤਾਂ ਮਸ਼ਕਰਾ ਹੈ, ਬਜ਼ਾਰੀ ਹੈ, ਉਲਟੀਆਂ ਗੱਲਾਂ ਜੀ ਉੱਤਰ ਦਿੰਦਾ ਹੈ, ਸਹੀ ਗੱਲ ਹੀ ਨਹੀਂ ਕਰਦਾ, ਨਾ ਸੁਣਦਾ। ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ, ਬਜ਼ਾਰੀ ਸੋ ਜੋ ਬਜ਼ਾਰਹ ਸੁਧ ਹੈ। ਇਹ ਭਾਈ ਸਾਡੇ ਮਤ ਅਨੁਸਾਰ ਉਹ ਬਜ਼ਾਰੀ ਮਸ਼ਕਰਾ ਹੈ, ਜਿਹੜਾ ਇੰਦਰੀਆਂ ਰੂਪ ਬਾਜ਼ਾਰ ਦੇ ਤਾਈਂ ਸ਼ੁਭ ਗੁਣਾਂ ਵੱਲ ਆ ਕੇ ਸੁਧ ਨਾ ਕਰੇ, ਭਾਵ ਅੱਖਾਂ ਨਾਲ ਸੰਗਤ ਜਾਂ ਪਰਮੇਸ਼ਰ ਦੇ ਦੀਦਾਰ ਕਰੇ, ਕੰਨਾਂ ਨਾਲ ਜਸ ਸੁਣੇ, ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਵੇ ਇਤਿਆਦਿਕ। ਪਾਂਚ ਪਲਿਤ ਹੈ ਕਉ ਪਰ ਬੁੱਧ ਹੈ। ਪੰਜੇ ਪਲੀਤ ਕਰਨ ਵਾਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਦੁਆਰਾ ਵਿਸ਼ੇਸ਼ ਕਰਕੇ ਰੋਕਣਾ ਕਰੇ, ਸਮਝਾਉਣਾ ਕਰੇ। ਨਾਉ ਨਾਇਕ ਕੀ ਭਗਤ ਪਛਾਨੈ। 9 ਖੰਡਾਂ ਦੇ ਮਾਲਕ ਜਾਂ 9 ਗੋਲਕਾਂ ਦੇ ਪ੍ਰੇਰਕ ਚੇਤਨ ਸੁਆਮੀ ਜਾਂ ਨਵਦਾ ਭਗਤੀ ਦੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਨੂੰ ਹਿਰਦੇ ਵਿੱਚ ਪਹਿਚਾਨਣਾ ਕਰੇ। ਸੋ ਬਾਜ਼ਾਰੀ ਹਮ ਗੁਰ ਮੰਨੇ। ਉਸ ਮਸ਼ਕਰੇ ਨੂੰ ਅਸੀਂ ਆਪ ਦਾ ਗੁਰੂ ਪੂਜਨੀਕ ਮੰਨਦੇ ਹਾਂ। ਇੰਜ ਜਦ ਇੱਕ ਵਾਰ ਭਗਤ ਕਬੀਰ ਜੀ ਦੇ ਮਹੱਲੇ 'ਚ ਚੋਰੀ ਹੋ ਗਈ ਸੀ, ਤਦ ਚੋਰ ਨੂੰ ਲੁਕਣ ਵਾਸਤੇ ਜਾਂ ਬਚਾਓ ਵਾਸਤੇ ਰਸਤੇ ਨੂੰ ਲੰਘਣ ਲਈ ਕੋਈ ਰਸਤਾ ਨਹੀਂ ਲੱਭ ਰਿਹਾ ਸੀ। ਤਦੋਂ ਚੋਰ ਡਰਦਾ ਹੋਇਆ ਭਗਤ ਕਬੀਰ ਜੀ ਦੀ ਸ਼ਰਨ ਵਿੱਚ ਆਇਆ ਤੇ ਆ ਕੇ ਭਗਤ ਜੀ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ, ਜੀ ਮੇਰੀ ਰੱਖਿਆ ਕਰੋ। ਤਦ ਭਗਤ ਜੀ ਨੇ ਉਹਨੂੰ ਚੋਰੀ ਨਾ ਕਰਨ ਦਾ ਪ੍ਰਣ ਕਰਾ ਕੇ ਕਿ ਕੰਨਾਂ ਨੂੰ ਹੱਥ ਲਾ, ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਉਹਦੀ ਰੱਖਿਆ ਲਈ ਆਪਣੀ ਲੜਕੀ ਕਮਾਲੀ ਦੇ ਕੋਲ ਮੰਜੇ 'ਤੇ ਲਿਟਾਤਾ। ਜਦ ਮੁਹੱਲੇ ਦੇ ਲੋਕ ਭਗਤ ਕਬੀਰ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਕਿ ਤੇਰੇ ਘਰ ਚੋਰ ਆਇਆ। ਭਗਤ ਜੀ ਕਹਿਣ ਲੱਗੇ ਘਰ ਦੀ ਤਲਾਸ਼ੀ ਕਰ ਲਵੋ, ਇਹ ਮੰਜਾ ਤਾਂ ਲੋਈ ਦਾ, ਆ ਮੇਰਾ, ਆ ਕਮਾਲੀ ਦਾ, ਤੇ ਕਮਾਲੀ ਦੀ ਘਰਵਾਲੀ ਦਾ, ਇਹ ਕਮਾਲੀ ਦਾ ਹੈ ਤੇ ਕਮਾਲੀ ਦੇ ਪਤੀ ਦਾ ਹੈ। ਸਾਰੇ ਵੇਖ ਕੇ ਵਾਪਸ ਚਲੇ ਗਏ। ਜਦ ਸਾਰੇ ਚਲੇ ਗਏ ਤਦ ਚੋਰ ਦੇ ਮਨ 'ਚ ਮੰਦਾ ਫੁਰਨਾ ਫੁਰਿਆ ਤੇ ਉਹ ਸੱਚਮੁੱਚ ਹੀ ਕਮਾਲੀ ਵੱਲ ਬੁਰੀ ਨਿਗਾਹ ਨਾਲ ਤੱਕਣ ਲੱਗਾ
ਕਿ ਕਬੀਰ ਨੇ ਤਾਂ ਮੈਨੂੰ ਜਵਾਈ ਬਣਾਤਾ। ਉਸ ਵੇਲੇ ਇਸ ਚੋਰ ਨੂੰ ਕਮਾਲੀ ਦੇ ਨੇੜੇ ਸੱਪ ਦਿਸਿਆ। ਸੱਪ ਵੇਖ ਕੇ ਡਰਦਾ ਕਬੀਰ ਸਾਹਿਬ ਜੀ ਦੇ ਚਰਨੀ ਪੈ ਗਿਆ ਕਿ ਮੈਨੂੰ ਮੰਦਕਰਮੀ ਤੋਂ ਬਚਾਉਣਾ ਕਰੋ। ਕਬੀਰ ਜੀ ਨੇ ਉਹਨੂੰ ਚੋਰੀ ਕਰਨ ਤੋਂ ਹਟਾ ਕੇ ਪਰਮੇਸ਼ਰ ਦਾ ਨਾਮ ਦੇ ਕੇ ਸ਼ਾਂਤੀ ਦਿੱਤੀ। ਜਦ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਾ ਕਿ ਚੋਰ ਤਾਂ ਕਬੀਰ ਦੇ ਘਰ ਹੀ 'ਚ ਹੀ ਸੀਗਾ, ਤਦ ਲੋਕ ਕਹਿਣ ਲੱਗੇ ਕਿ ਚੋਰਾਂ ਦਾ ਮੇਲੀ ਹੈ, ਇਸ ਕਰਕੇ ਕਬੀਰ ਵੀ ਚੋਰ ਹੀ ਹੈ। ਇਹ ਗੱਲ ਸੁਣ ਕੇ ਕਬੀਰ ਜੀ ਨੇ ਆਖਰੀ ਪੌੜੀ ਦੇ ਵਿੱਚ ਸਪਸ਼ਟੀਕਰਨ ਦਿੱਤਾ। ਤਸ ਕਰ ਸੋਏ ਜੇ ਤਾਤ ਨ ਕਰੈ। ਇਹ ਭਾਈ ਸਾਡੇ ਮਤ ਅਨੁਸਾਰ ਉਹ ਚੋਰ ਹੈ ਜਿਹੜਾ ਈਰਖਾ ਨਾ ਕਰੇ ਜਾਂ ਕਿਸੇ ਪਦਾਰਥਾਂ ਨੂੰ ਗ੍ਰਹਿਣ ਕਰਨ ਦੀ, ਪਦਾਰਥ ਚੋਰੀ ਕਰਨ ਦੀ ਇੱਛਾ ਨਾ ਕਰੇ, ਜਾਂ ਕਿਸੇ ਨੂੰ ਦੁੱਖ ਦੇਣ ਦੀ ਇੱਛਾ ਨਾ ਕਰੇ, ਜਾਂ ਜਿਹੜਾ ਵਿਸ਼ਿਆਂ ਆਸਰੀ ਸੰਦਰਭ ਚੋਰੀ ਕਰਨ ਦੀ ਇੱਛਾ ਨਾ ਕਰੇ। ਇੰਦਰੀ ਕੈ ਜਤਨ ਨਾਮੇ ਉਚਰੈ। ਇੰਦਰੀਆਂ ਦੇ ਤਾਈਂ ਸਾਮਦਮ ਸਾਧਨਾ ਦੀ ਉਦਮ ਦੁਆਰਾ ਰੋਕ ਨਾ ਕਰੇ ਤੇ ਪਰਮੇਸ਼ਰ ਦੀ ਅੰਮ੍ਰਿਤ ਨਾਮ ਨੂੰ ਉਚਾਰਨਾ ਕਰੇ। ਕਹੋ ਕਬੀਰ ਹਮ ਐਸੇ ਲਖਨ। ਕਬੀਰ ਸਾਹਿਬ ਜੀ ਭਗਤ ਜੀ ਕਹਿੰਦੇ ਕਿ ਅਸੀਂ ਤਾਂ ਅਜਿਹੇ ਲੱਖਣ ਕਰਨੇ ਜਾਣਦੇ ਹਾਂ। ਧੰਨ ਗੁਰਦੇਵ ਅਤ ਰੂਪ ਵਿਚਖਣ। ਮੇਰੇ ਗੁਰਦੇਵ ਜੀ ਧਨਤਾ ਦੇ ਯੋਗ ਹਨ, ਜਿਨ੍ਹਾਂ ਨੇ ਮੈਨੂੰ ਐਸਾ ਸਰੂਪ ਦੱਸਿਆ ਜੋ ਅਤਿਅੰਤ ਚਤੁਰ ਸਰੂਪ ਹੈ, ਜਿਸ ਦੀ ਅਤਿਅੰਤ ਸੁੰਦਰ ਸਚਿਤ ਆਨੰਦ ਰੂਪ ਨੂੰ ਗਿਆਨਵਨ ਪੁਰਖ ਵੀ ਵਿਸ਼ੇਸ਼ ਕਰਕੇ ਗਿਆਨ ਰੂਪੀ ਨੇਤਰਾਂ ਦੇ ਨਾਲ ਦੇਖ ਸਕਦੇ, ਜਾਂ ਜੋ ਪਰਮੇਸ਼ਰ ਬੇਚਖਣ ਬੇਦਵੈਤ ਦੇ ਚ ਪੁਣਾ ਖਨਣੇ ਭਾਵ ਨਾਸ਼ ਕਰਨੇ ਵਾਲਾ ਹੈ। ਗੌਂਡ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਸ ਵਕਤ ਉਚਾਰਿਆ। ਕੋਈ ਪਖੰਡੀ ਪੁਰਖ ਆਪਣੇ ਆਪ ਨੂੰ ਦੁੱਧਾਧਾਰੀ ਕਹਾਉਂਦਾ ਸੀਗਾ ਅਤੇ ਅੰਨ ਦੀ ਨਿਖੇਧੀ ਕਰਦਾ ਸੀਗਾ, ਪਰੰਤੂ ਆਪ ਲੋਕਾਂ ਤੋਂ ਲੁਕ ਕੇ ਸਾਰੇ ਪਦਾਰਥ ਖਾਈ ਪੀ ਵੀ ਜਾਂਦਾ ਸੀਗਾ। ਕਈ ਕਹਿਣਗੇ ਆਪਾਂ ਤਾਂ ਰੋਟੀ ਨਹੀਂ ਖਾਂਦੇ ਜੀ, ਤੇ ਬਾਲਟੀ ਦੁੱਧ ਦੀ ਪੀ ਲੈਣੀ, 5 ਕਿਲੋ ਪੰਜੀਰੀ ਖਾ ਲੈਣੀ, ਉਹਨੂੰ ਰੋਟੀ ਦੀ ਕੀ ਲੋੜ ਹੈ। ਜਿਹਨੂੰ ਫਰੂਟਾਂ ਦਾ ਜੂਸ ਮਿਲੇ, ਰੋਟੀ ਤਾਂ ਆਮ ਬੰਦਾ ਖਾਂਦਾ, ਜਿਹਨੂੰ ਕੁਝ ਹੋਰ ਨਹੀਂ ਮਿਲਦਾ। ਇਉਂ ਲੋਕ ਪਖੰਡ ਕਰਦੇ ਨੇ। ਗੁਰੂ ਘਰ ਦੇ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ, ਪਖੰਡ ਨਹੀਂ ਕਰਨਾ ਚਾਹੀਦਾ, ਇਹ ਗੱਲ ਪ੍ਰਵਾਨ ਨਹੀਂ। ਅੱਧੀ ਭਾਵੇਂ ਖਾਵੇ ਪਰ ਖਾਵੇ ਜ਼ਰੂਰ, ਬੁਰਕੀ ਭਾਵੇਂ ਇੱਕ ਹੀ ਖਾਵੇ, ਪਰ ਮਨ ਮਾਨ ਨਾ ਕਰੇ ਵੀ ਮੈਂ ਰੋਟੀ ਨਹੀਂ ਖਾਂਦਾ। ਰੱਬ ਨੇ ਬਣਾਈ ਕਾਹਤੋਂ ਦੱਸੋ। ਹਾਸੇ ਦੀ ਗੱਲ ਹੈ, ਇੱਕ ਮਹਾਂਪੁਰਖ ਹੁਣ ਉਹ ਚੜ੍ਹਾਈ ਕਰ ਗਏ, ਜਿੱਥੇ ਸੁਰ ਸਿੰਘ ਬਾਬਾ ਦਿਆ ਸਿੰਘ ਹੋਣਾ ਦਾ ਅਸਥਾਨ ਹੈ, ਉਹਦੇ ਸਾਹਮਣੇ ਬਿਲਕੁਲ ਰਸਤਾ ਜਾਂਦਾ। ਨਿਹੰਗ ਸਿੰਘ ਫਰਲੇ ਵਾਲੇ ਗੁਰਮੁਖ ਰਿੱਧੀਆਂ ਸਿੱਧੀਆਂ ਵਾਲੇ ਸੀ, ਬੜੇ ਚੜ੍ਹਦੀ ਕਲਾ ਵਾਲੇ। ਕਈ ਦਿਨ ਉਹਨਾਂ ਰੋਟੀ ਨਾ ਖਾਣੀ ਤੇ ਹਜ਼ੂਰ ਸਾਹਿਬ ਸੰਗਤ ਲੈ ਕੇ ਗਏ। ਮੈਂ ਆਪਦੀ ਵੱਲੋਂ ਸਿਫਤ ਕੀਤੀ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਕਹਿੰਦੇ, ਲੈ ਇਹ ਕੋਈ ਵੱਡੀ ਬਾਤ ਥੋੜੋ ਹੈ, ਕੋਈ ਸਿਆਣਪ ਨਹੀਂ ਹੈ, ਤੇ ਇਸ ਵਾਸਤੇ ਪ੍ਰਸ਼ਾਦਾ ਨਾ ਛਕਣਾ ਕੋਈ ਬਹੁਤੀ ਵੱਡੀ ਗੱਲ ਜਾਂ ਬਹੁਤ ਵੱਡੀ ਸਿਆਣਪ ਦੀ ਗੱਲ ਨਹੀਂ ਹੈ। ਜੋ ਰੱਬ ਨੇ ਮਰਜ਼ਾਦਾ ਬਣਾਈ ਹੈ, ਅੰਨ ਖਾਣਾ, ਕੱਪੜ ਪਹਿਨਣ ਦੀ ਹੈ, ਕੱਪੜੇ ਵੀ ਪਾਉਣੇ ਚਾਹੀਦੇ ਨੇ, ਪਾਟਾ ਕਸ਼ਹਿਰਾ ਨਹੀਂ ਪਾਉਣਾ ਚਾਹੀਦਾ, ਪਾਟੀ ਦਸਤਾਰ ਨਹੀਂ ਬੰਨ੍ਹਣੀ ਚਾਹੀਦੀ। ਫਟਿਆ ਬਸਤਰ ਤਾਂ ਵੈਸੇ ਵੀ ਮਾੜਾ ਲੱਗਦਾ, ਪਾੜ ਗਿਆ ਤੇ ਉਹਦਾ ਸੰਸਕਾਰ ਕਰ ਦਿਓ ਜਾਂ ਕਿਸੇ ਹੋਰ ਕੰਮ ਵਿੱਚ ਲੈ ਆਓ। ਫਟਿਆ ਬਸਤਰ ਭਲਾ ਕਿਉਂ ਪਾਉਣਾ? ਰੱਬ ਨੇ ਇੰਨੇ ਕੱਪੜੇ ਬਣਾਏ ਨੇ, ਸੋਹਣੇ ਸੋਹਣੇ ਕੱਪੜੇ ਪਾਓ। ਤੇ ਇਸ ਵਾਸਤੇ ਅੰਨ ਪੈਦਾ ਕੀਤਾ ਹੈ। ਦੁਨੀਆ ਨਾਲ ਵੇਖੋ ਸਾਡੀ ਕਿੰਨੀ ਲੜਾਈ ਚੱਲ ਰਹੀ ਹੈ। ਜੇ ਆਪ ਹੀ ਨਾ ਛਕਿਆ ਫਿਰ ਫਾਇਦਾ ਕੀ ਹੋਇਆ। ਰੋਟੀ ਤਾਂ ਬੰਦਾ ਖਾਏ, ਸਾਰੀ ਦਿਹਾੜੀ ਭੱਜ ਦੌੜ ਦੇ ਵਿੱਚ ਕਈ ਖੜੇ ਖੜੋਤੇ ਹੀ ਸੋ ਬੜੇ ਸਤਿਕਾਰ ਨਾਲ ਚੌਂਕੜਾ ਮਾਰ ਕੇ ਸਰਦਾਰਾਂ ਵਾਂਗ ਥਾਲੀ 'ਚ ਰੱਖ ਕੇ, ਬਈਆਂ ਵਾਂਗ ਨਹੀਂ,
ਉਹ ਜਿਸ ਤਰ੍ਹਾਂ ਹੱਥਾਂ ਦੇ ਨਾਲ ਹੀ ਉਹ ਹੋਰ ਹੀ ਤਰ੍ਹਾਂ ਲੱਗਦੇ ਨੇ ਖਾਣ ਵਾਲਾ, ਉਹ ਆਪ ਦਾ ਤਾਂ ਆਨੰਦ ਹੁੰਦਾ ਅਤੇ ਦੂਜੇ ਵੇਖਣ ਨੂੰ ਚੰਗਾ ਨਹੀਂ ਲੱਗਦਾ। ਇਹ ਉਹ ਸਰਦਾਰਾਂ ਵਾਂਗ ਪ੍ਰਸ਼ਾਦਾ ਛਕੋ ਪਿਆਰ ਦੇ ਨਾਲ ਅਤੇ ਧੀਰਜ ਦੇ ਨਾਲ। ਕਾਹਲ ਕਾਹਦੀ ਹੈ? ਇਉਂ ਪਖੰਡ ਦੇ ਵਚਨ ਨਹੀਂ ਕਰਨੇ ਚਾਹੀਦੇ। ਪਖੰਡ ਦਾ ਖੰਡਨ ਕਰਦੇ ਹਾਂ। ਕਬੀਰ ਸਾਹਿਬ ਨੇ ਇਹ ਪਾਵਨ ਸ਼ਬਦ ਉਚਾਰਿਆ ਹੈ, ਧੰਨ ਗੋਪਾਲ ਧੰਨ ਗੁਰਦੇਵ। ਉਹ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਧਨਤਾ ਦੀ ਯੋਗ ਹੈ, ਜਿਹਨੇ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਰੂਪ ਅੰਨ ਪੈਦਾ ਕੀਤਾ ਹੈ। ਜਾਂ ਗੁਰਦੇਵ ਰਾਮਾਨੰਦ ਜੀ ਜਾਂ ਗੁਰੂਦੇਵ ਸਤਿਗੁਰੂ ਨਾਨਕ ਦੇਵ ਜੀ ਵੀ ਧਨਤਾ ਦੇ ਯੋਗ ਨੇ, ਜਿਨ੍ਹਾਂ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਾਲਵੇ ਦੇ ਵਿੱਚ ਕੱਖ ਵੀ ਨਹੀਂ ਸੀ ਹੁੰਦਾ। ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ, ਆਖਿਆ ਡਲਿਆ ਆਓ ਵੇਖ ਕਮਾਦ ਖੜਾ। ਕਹਿੰਦੇ ਨਹੀਂ ਮਹਾਰਾਜ, ਤੁਹਾਨੂੰ ਭੁਲੇਖਾ ਲੱਗ ਰਿਹਾ ਜੀ, ਇੱਥੇ ਕਮਾਦ ਕਿੱਥੇ? ਉਹ ਤਾਂ ਦੱਬ ਤੇ ਕਾਈ ਦੇ ਬੂਟੇ ਨੇ। ਅੱਛਾ, ਮੈਨੂੰ ਹੀ ਭੁਲੇਖਾ ਲੱਗ ਗਿਆ। ਫਿਰ ਕਹਿੰਦੇ ਉਹ ਵੇਖ ਨਦੀਆਂ ਵਗਦੀਆਂ। ਕਹਿੰਦੇ ਨਹੀਂ ਮਹਾਰਾਜ, ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦੇ ਹੋ, ਇੱਥੇ ਤਾਂ ਪਾਣੀ ਦਾ ਘੁੱਟ ਨਹੀਂ ਹੈ, ਤੁਸੀਂ ਨਦੀਆਂ ਦੀ ਗੱਲ ਕਰ ਰਹੇ ਹੋ। ਗਰਮੀ ਦੇ ਵਿੱਚ ਪੱਖ ਲੱਗਦੇ ਨੇ, ਰੇਤ ਜਿਹੜੀ ਹੈ ਉਹਦੇ ਚੋਂ ਭਾਫ ਜਿਹੀ ਉੱਡਦੀ, ਉਹ ਜਾਪਦਾ ਵੀ ਪਾਣੀ ਹੁੰਦਾ। ਅੱਛਾ, ਫਿਰ ਮਹਾਰਾਜ ਚੁੱਪ ਕਰ ਗਏ। ਫਿਰ ਕਹਿੰਦੇ ਉਹ ਵੇਖ ਡੱਲਿਆ ਕਣਕ ਦੇ ਝੋਨੇ ਦੇ ਬੂਟੇ ਉੱਗੇ ਹੋਏ ਨੇ। ਕਹਿੰਦੇ ਨਹੀਂ ਮਹਾਰਾਜ, ਉਹ ਕਮਾਲ ਜਿਹੜਾ ਸੀਗਾ ਉਹ ਸਰਕੜਾ ਸੀਗਾ, ਇਹ ਕਾਈ ਹੈ ਛੋਟੀ ਛੋਟੀ, ਇੱਥੇ ਕਣਕ ਤੇ ਝੋਨਾ ਕਿੱਥੇ ਜੀ? ਤੇ ਉਹ ਮਰ ਕੇ ਬਾਜਰਾ ਹੁੰਦਾ, ਉਹ ਵੀ ਟਾਵਾਂ ਟਾਵਾਂ, ਉਹ ਸ਼ਮਡੀਆਂ ਜੀਆਂ ਮੈਂ ਵੇਖਦਾ ਰਿਹਾ, ਕਪਾਹ ਆਦਿਕ, ਅੰਨ ਕਿੱਥੇ ਜੀ? ਮਹਾਰਾਜ ਕਹਿੰਦੇ ਭਲਿਆ ਮਾਨਸਾ, ਤੂੰ ਸਾਡਾ ਤੀਜਾ ਬਚਨ ਵੀ ਮੋੜ ਦਿੱਤਾ। ਜੇ ਤੂੰ ਸਾਡਾ ਬਚਨ ਨਾ ਮੋੜਦਾ ਤਾਂ ਹੁਣੇ ਤੈਨੂੰ ਵੀ ਅਸੀਂ ਦਿਖਾ ਦੇਣਾ ਸੀ ਇੱਥੇ ਭਾਗ ਲੱਗੇ, ਪਰ ਹੋਊਗਾ ਸਭ ਕੁਝ ਇੱਥੇ ਸਮਾਂ ਆ ਕੇ, ਤੇ ਪਰ ਤੂੰ ਨਹੀਂ ਵੇਖੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ। ਹੁਣ ਉੱਥੇ ਨਦੀਆਂ ਵੀ ਨੇ, ਪਾਣੀ ਦੀ ਕੋਈ ਘਾਟ ਨਹੀਂ, ਚੜ੍ਹਦੀ ਕਲਾ, ਸਰੋਵਰ ਵੇਖੋ ਬਣੇ ਹੋਏ ਨੇ, ਤੇ ਅੰਨ ਦਾਣਾ ਬੜਾ ਚੜ੍ਹਦੀ ਕਲਾ ਹੈ। ਸਾਡੇ ਮਾਝੇ ਦੀਆਂ ਪੈਲੀਆਂ ਜਦੋਂ ਬਾਰਡਰ ਆਦਿਕ ਜਾਂ ਹੋਰ ਕੁਦਰਤੀ ਆਫਤਾਂ ਕਰਕੇ ਇੰਨੀ ਫਸਲਵਾੜੀ ਨਹੀਂ ਜਿੰਨੀ ਮਾਲਵੇ ਦੇ ਵਿੱਚ ਖੁਸ਼ਹਾਲੀ ਹੈ। ਇੰਝ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਆਪ ਖੇਤੀ ਕੀਤੀ, ਇਹ ਉਹਨਾਂ ਨੇ ਸਾਨੂੰ ਅੰਨ ਬਖਸ਼ਿਆ। ਪੰਜਾਬ ਗੁਰੂਆਂ ਦੇ ਪੀਰਾਂ ਦੀ ਧਰਤੀ ਹੋਣ ਕਰਕੇ ਇੱਥੋਂ ਦਾ ਕਿਸਾਨ ਜੇ ਬੰਜਰ ਜ਼ਮੀਨ 'ਤੇ ਵੀ ਪੈਰ ਪਾ ਦੇਊਗਾ। ਵੇਖੋ ਇੱਕ ਬਦਾਮਾਂ ਦਾ ਬਾਦਸ਼ਾਹ ਪ੍ਰਸਿੱਧ ਅਮਰੀਕਾ ਦੇ ਵਿੱਚ, ਉਹਨੇ ਬਦਾਮਾਂ ਦੇ ਹੀ ਬਾਗ ਲਾ ਦਿੱਤੇ। ਮਤਲਬ ਜਿੱਥੇ ਵੀ ਸਿੱਖ ਗਿਆ ਗੁਰੂ ਦੀ ਕਿਰਪਾ ਨਾਲ, ਉੱਥੇ ਉਹਨੇ ਖੁਸ਼ਹਾਲੀ ਕਰ ਦਿੱਤੀ ਹੈ। ਧੰਨ ਅਨਾਦ ਭੂਖੇ ਕਵਲ ਟਹਿਕੇਵ। ਅੰਨ ਆਦਿਕ ਵੀ ਧੰਨ ਹੈ, ਜਿਹਦੇ ਖਾਣ ਨਾਲ ਭੁੱਖੇ ਪੁਰਖ ਦਾ ਹਿਰਦਾ ਰੂਪੀ ਕਮਲ ਜਾਂ ਮੁੱਖ ਰੂਪੀ ਕਮਲ ਟਹਿਕ ਆਉਂਦਾ ਹੈ। ਅੰਨ ਆਨੀ ਹੈ, ਜੋ ਮਰਜ਼ੀ ਖਾਈ ਜਾਓ, ਪ੍ਰਸ਼ਾਦੇ ਤੋਂ ਬਗੈਰ ਚਿਹਰੇ ਤੇ ਰੌਣਕ ਨਹੀਂ ਆਉਂਦੀ ਹੈ। ਧੰਨ ਓਏ ਸੰਤ ਜਿਨ ਐਸੀ ਜਾਨੀ। ਉਹ ਸੰਤ ਮਹਾਤਮਾ ਧਨਤਾ ਦੇ ਯੋਗ ਨੇ, ਜਿਨ੍ਹਾਂ ਨੇ ਅਜਿਹੀ ਗੱਲ ਜਾਣੀ ਹੈ ਕਿ ਅੰਨ ਛਕ ਕੇ ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ। ਮਤਲਬ ਖਾ ਕੇ ਸੌਂ ਜਾਣਾ ਇਹ ਚੰਗੀ ਗੱਲ ਨਹੀਂ ਹੈ। ਤੇ ਲੰਗਰ ਦਾ ਛਕ ਕੇ ਤਾਂ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਚਾਹੀਦਾ, ਤੇ ਰਾਤ ਨੂੰ 5 ਪਾਠ ਕਰਕੇ ਮਹਾਂਪੁਰਖਾਂ ਦਾ ਹੁਕਮ ਹੈ ਵੀ ਬਿਰਾਜਨਾ ਕਰੇ, ਪ੍ਰਭੂ ਦਾ ਧੰਨਵਾਦ ਕਰੇ। ਇਉਂ ਪ੍ਰਸ਼ਾਦਾ ਛਕ ਕੇ ਵਾਹਿਗੁਰੂ ਜੀ ਦਾ ਭਜਨ ਕਰੇ। ਕਬੀਰ ਭਲੀ ਮਧੁਕਰੀ ਸੰਤ ਸੰਗ ਗੁਣ ਗਾਏ। ਅੱਗ ਲੱਗੋ ਤੇ ਤੌਲ ਹਰ ਜੇ ਨਾਹੀ ਹਰ ਕੋ ਨਾਉ। ਕਾਰਸੇ ਵਾਲੇ ਮਹਾਂਪੁਰਖ ਡਾਲੀ ਕਰਕੇ ਖਾਂਦੇ ਨੇ ਵੀ ਸਾਰੀ ਉਮਰ ਉਹ ਵੇਖੋ ਸੇਵਾ ਹੀ ਕਰਦੇ ਰਹਿੰਦੇ ਹਨ, ਕਾਰ ਸੇਵਾ ਵਿੱਚ ਚਿੱਤ ਜੋੜਿਆ ਹੋਇਆ। ਸੋ ਐਸਾ ਪ੍ਰਸ਼ਾਦਾ ਛਕਣਾ ਕੋਈ ਬੁਰੀ ਬਾਤ ਨਹੀਂ, ਜਿਹਦੇ ਛਕਣ ਤੋਂ ਬਾਅਦ ਸੰਗਤ ਹੋਵੇ, ਸੇਵਾ ਹੋਵੇ, ਸਿਮਰਨ ਹੋਵੇ। ਇਸ ਲਈ ਉਹ ਮਹਾਂਪੁਰਖ ਧੰਨ ਹਨ ਜਿਹੜੇ ਛਕ ਕੇ ਰੱਬ ਦਾ ਭਜਨ ਕਰਦੇ ਨੇ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਨ ਦਾ ਇੰਨਾ ਸਤਿਕਾਰ ਕੀਤਾ। ਇੱਕ ਰਾਮਕਲੀ ਰਾਗ 'ਚ ਸ਼ਬਦ ਆਉਂਦਾ ਹੈ, ਵਾਹਿਗੁਰੂ ਰਣ ਝੁੰਝਨੜਾ ਗਾਓ ਸਖੀ ਹਰ ਏਕ ਧਿਆਵੋ, ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ। ਇਹ ਦੋ ਪੰਕਤੀਆਂ ਉਚਾਰੀਆਂ ਕਿ ਲਾਂਗਰੀ ਭੋਜਨ ਲੈ ਕੇ ਹਾਜ਼ਰ ਹੋ ਗਿਆ। ਕਹਿੰਦਾ ਜੀ ਪ੍ਰਸ਼ਾਦਾ ਛਕੋ। ਤੇ ਮਹਾਰਾਜ ਨੇ ਉੱਥੇ ਹੀ ਭਾਈ ਗੁਰਦਾਸ ਨੂੰ ਆਪ ਕਲਮ ਰੱਖ ਦੇ। ਉਹ ਸ਼ਬਦ ਦੋ ਹੀ ਪੰਕਤੀਆਂ ਬਸ, ਸ਼ਬਦ ਹੀ ਮਹਾਰਾਜ ਨੇ ਰੋਕਤਾ। ਇਹਨਾਂ ਅੰਨ ਦਾ ਸਤਿਕਾਰ ਕੀਤਾ। ਮੈਂ ਕਈ ਵਾਰ ਵੇਖਿਆ ਵੀ ਬਣੀ ਰੋਟੀ ਤੁਸੀਂ ਨਾ ਕਰਕੇ ਚੱਲੋਗੇ, ਬੰਦੇ ਨੂੰ ਆਸ ਹੁੰਦੀ ਵੀ ਫਲਾਣੀ ਜਗ੍ਹਾ ਛਕ ਲਾਂਗੇ, ਸਾਰੀ ਦਿਹਾੜੀ ਤੁਹਾਨੂੰ ਟਾਈਮ ਹੀ ਨਹੀਂ ਲੱਗੂਗਾ, ਭੁੱਖੇ ਰਹੋਗੇ। ਸੋ ਜਿਹੜਾ ਅੰਨ ਦੀ ਬੇਅਦਬੀ ਕਰਦਾ ਇਹ ਬੇਅਦਬੀ ਹੋਈ ਹੈ। ਗਰਮ ਪ੍ਰਸ਼ਾਦਾ ਬਣਿਆ ਹੋਇਆ, ਕੋਈ ਤਰਲਾ ਮਾਰ ਰਿਹਾ। ਤੇ ਇੱਕ ਵਾਰ ਮੈਨੂੰ ਯਾਦ ਹੈ, ਨਾਭਾ ਸਾਹਿਬ ਤੋਂ ਕਿਸੇ ਪ੍ਰੇਮੀ ਨੇ ਇਨਵਾਈਟ ਕੀਤਾ ਪਿਆਰ ਨਾਲ। ਤੇ ਉਹ ਮੇਰੇ ਮਨ 'ਚ ਪਤਾ ਨਹੀਂ ਕੀ ਆਇਆ, ਰੱਬ ਜਾਣੇ। ਹੁਣ ਮਨ ਨੇ ਕੀਤਾ ਕੀ ਸੋਚ ਲੈਣਾ। ਮੈਂ ਕਿਹਾ ਜੀ ਛੇਤੀ ਹੈ, ਕਿੱਥੇ ਨਾਭਾ ਸਾਹਿਬ, ਕਿੱਥੇ ਅੰਮ੍ਰਿਤਸਰ, ਮਹਿਤੇ ਜਾਣਾ, ਆਪਾਂ ਤਾਂ ਲੇਟ ਹੋ ਜਾਵਾਂਗੇ ਜੀ। ਤੇ ਉਹ ਖੰਨੇ ਜਾ ਕੇ ਇਹੋ ਜਿਹੀ ਰੱਬ ਨੇ ਰੋਕ ਪਾਈ, 5 ਘੰਟੇ ਉੱਥੇ ਐਕਸੀਡੈਂਟ ਕਾਰਨ ਗੈਰੇਜ 'ਚ ਗੱਡੀ ਖੜੀ ਰਹੀ। ਉੱਥੇ ਫਿਰ ਫੋਨ ਆਇਆ, ਕਹਿੰਦੇ ਵੀਰ ਜੀ। ਮੈਂ ਕਿਹਾ ਦੱਸੋ। ਕਹਿੰਦੇ ਪਹੁੰਚ ਗਏ ਮਹਿਤੇ। ਮੈਂ ਕਿਹਾ ਓਹੋ ਗਲਤੀ ਹੋਈ। ਦੁੱਧ ਬਦਾਮ ਪਾ ਕੇ ਤਿਆਰ ਕੀਤਾ ਹੋਇਆ, ਕਹਿੰਦੇ ਬਾਲਟੀ ਭਰੀ ਹੋਈ ਹੈ। ਮੈਂ ਕਿਹਾ ਵੀ ਮਾਫ ਕਰੋ। ਇਹ ਉਹ ਸੰਗਤ ਦਾ ਬਣਿਆ ਤਿਰਸਕਾਰ ਕਰਕੇ ਬੰਦਾ ਜਾਏ ਤੇ ਮੁਸ਼ਕਲ 'ਚ ਪੈਂਦਾ ਹੈ, ਫਿਰ ਉਹਨੂੰ ਯਾਦ ਕਰਦਾ। ਇੱਕ ਵਿਸ਼ੋਏ ਦਾ ਸਿੰਘ ਪੁਲਿਸਮੈਨ, ਕੋਟ ਈਸੇ ਖਾਂ ਦੀ ਗੱਲ ਹੈ, ਚੌਂਕ 'ਚ ਖੜਾ, ਸਟੈਂਡ ਗਨ ਹੱਥ ਫੜੀ ਹੋਈ, ਵਰਦੀ ਪਾਈ ਹੋਈ ਪੁਲਿਸ ਦੀ, ਜਪਜੀ ਸਾਹਿਬ ਦਾ ਪਾਠ। ਹੁਣ ਸਾਨੂੰ ਕੀ ਪਤਾ, 5 ਪਿਆਰਿਆਂ ਦੀ ਗੱਡੀ ਅੰਮ੍ਰਿਤ ਸੰਚਾਰ ਤੋਂ ਆਏ। ਉਹਨੇ ਹੱਥ ਦੇ ਕੇ ਰੋਕਿਆ, ਕਹਿੰਦਾ ਜੀ ਕੋਈ ਸੇਵਾ ਜਲ ਪਾਣੀ ਦੀ ਹੋ ਜਾਏ। ਕਹਿੰਦੇ ਜੀ ਨਹੀਂ, ਜਲਦੀ ਹੈ। ਕਹਿੰਦੀ ਹੱਥ ਬੰਨ੍ਹ ਕੇ ਬੇਨਤੀ ਹੈ, ਮੇਰੀ ਭਾਵਨਾ, ਮੈਂ ਸਿੰਘਾਂ ਦੀ ਸੇਵਾ ਕਰਨੀ। ਕਹਿੰਦੇ ਜੀ ਨਹੀਂ, ਸਾਨੂੰ ਛੇਤੀ ਹੈ। ਕਹਿੰਦੇ 1 ਮਿੰਟ ਰੁਕੋ, ਆ ਰੇਹੜੀ ਤੋਂ ਕੇਲੇ ਲੈ ਦਿੰਦਾ, ਇਹੀ ਛਕ ਲਿਓ ਧੋ ਕੇ। ਕਹਿੰਦੇ ਜੀ ਨਹੀਂ। ਅੱਛਾ ਜੀ। ਤੇ ਅੱਗੇ ਜਾ ਕੇ ਇਹੋ ਜਿਹੀ ਰੋਕ ਪਈ ਤੇ ਉਹ ਗੱਡੀ ਵੀ ਤੇ ਸਿੰਘ ਵੀ ਰਾਤ ਠਾਣੇ। ਉਹਨੇ ਗੰਢ ਰੱਖੀ, ਆਪਦਾ ਪਹਿਰਾ ਸਮਾਪਤ ਕੀਤਾ। ਵੇਖਿਆ ਵੀ ਸਿੰਘ ਕਿੱਥੋਂ ਆਏ, ਪਤਾ ਲੱਗਾ ਵੀ ਇਹ ਤਾਂ ਉਹੀ ਨੇ। ਕਹਿੰਦੇ ਬਾਬਾ ਜੀ ਤੁਹਾਨੂੰ ਤਾਂ ਛੇਤੀ ਬੜੀ ਸੀ, ਚਲੇ ਗਏ, ਹੁਣ ਛਕਾਈਏ ਜਲ ਪਾਣੀ। ਕਹਿੰਦੇ ਬਾਬਾ ਹੁਣ ਲੈ ਆ, ਵੀ ਸਾਨੂੰ ਮਾਫ ਕਰ ਦੇ। ਉਹਨੇ ਫਿਰ ਆਪ ਦੀ ਗਵਾਹੀ ਪਾਈ ਤੇ ਸਿੰਘ ਛੁੱਟ ਗਏ ਤੇ ਮਹਿਤੇ ਆਏ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦ ਅੰਨ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਹੈ, ਉਹਦਾ ਤਿਰਸਕਾਰ, ਉਹਦਾ ਜਿਹੜਾ ਨਰਾਦਰ ਹੈ, ਰੱਬ ਦਾ ਨਰਾਦਰ ਹੈ। ਧੰਨ ਹੋਏ ਸੰਤੋ, ਸੰਤ ਧੰਨ ਨੇ ਜਿਨ੍ਹਾਂ ਇਹ ਗੱਲ ਜਾਣ ਲਈ ਹੈ ਕਿ ਜਿਹੜਾ ਅੰਨ ਹੈ ਉਹ ਵਾਹਿਗੁਰੂ ਦਾ ਦਿੱਤਾ ਹੈ, ਇਹਦਾ ਵੱਧ ਤੋਂ ਵੱਧ ਸਤਿਕਾਰ ਕਰੋ। ਕਈ ਮੇਰੇ ਵਰਗੇ ਵਗਾਤੀ ਥਾਲੀ ਮਾਰਦੇ ਨੇ ਕੰਧ ਨਾਲ। ਰੋਟੀ ਨਾਲ ਕਾਹਦਾ ਗੁੱਸਾ ਬਈ, ਬੰਦੇ ਨਾਲ ਗੁੱਸਾ, ਰੋਟੀ ਖਾਓ ਬਾਅਦ 'ਚ ਗੱਲ ਕਰ ਲਿਓ, ਪ੍ਰਸ਼ਾਦੇ ਨਾਲ ਗੁੱਸਾ ਨਹੀਂ ਕਰਨਾ ਚਾਹੀਦਾ। ਲੰਗਰ 'ਚ ਵੀ ਲਿਖ ਕੇ ਲਾਇਆ ਹੁੰਦਾ ਵੀ ਝੂਠ ਨਾ ਛੱਡੋ। ਅੰਬ ਸਾਹਿਬ ਮੈਂ ਪੜ੍ਹ ਕੇ ਇੱਕ ਨਵੀਂ ਸੰਥਿਆ ਲਈ, ਅੰਬ ਸਾਹਿਬ ਦੇ ਲੰਗਰ 'ਚ ਲਿਖਿਆ ਵੀ ਪਾਣੀ ਵੀ ਨਾ ਛੱਡੋ। ਮੈਂ ਕਿਹਾ ਵੀ ਹਾਂ ਗੱਲ ਸਹੀ ਹੈ। ਜਦੋਂ ਕਿਤੇ ਸਰਕਾਰੀ ਪਾਣੀ ਨਾ ਆਏ ਉਦੋਂ ਪਤਾ ਚੱਲਦਾ ਵੀ ਪਾਣੀ ਦੀ ਕੀਮਤ ਕਿੰਨੀ ਹੈ। ਤੇ ਇਸ ਵਾਸਤੇ ਸੋ ਅੰਨ ਪਾਣੀ ਥੋੜ੍ਹਾ ਖਾਇਆ, ਸਰੀਰ ਦੀ ਲੋੜ ਮੁਤਾਬਕ ਜਿੰਨਾ ਜ਼ਰੂਰਤ ਹੈ ਉਹਨਾਂ ਛਕ ਕੇ ਮਹਾਰਾਜ ਦਾ ਭਜਨ ਕਰਨਾ, ਇਹ ਸੰਤਾਂ ਦੀ ਅਵਸਥਾ ਹੈ। ਤੈਨ ਕੋ ਮਿਲਬੋ ਸਾਰੰਗ ਪਾਨੀ, ਜਿਹੜੇ ਛਕ ਕੇ ਵਾਹਿਗੁਰੂ ਦਾ ਭਜਨ ਕਰਦੇ ਨੇ ਉਹਨਾਂ ਨੂੰ ਸਾਰੰਗ ਪਾਣੀ
ਵਾਹਿਗੁਰੂ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਆਦ ਪੁਰਖ ਤੇ ਹੋਏ ਅਨਾਦ, ਮੁੱਢ ਰੂਪ ਪੂਰਨ ਪਰਮੇਸ਼ਰ ਤੋਂ ਹੀ ਜੀਵਾਂ ਦੀ ਪਾਲਣਾ ਕਰਨ ਵਾਸਤੇ ਅੰਨ ਆਦਿਕ ਸਾਰੇ ਖਾਣ ਪੀਣ ਵਾਲੇ ਪਦਾਰਥ ਪੈਦਾ ਹੋਏ ਨੇ। ਇੱਕ ਵਾਰ ਦੀ ਗੱਲ ਹੈ ਕਿ ਬੈਕੁੰਠ ਵਿੱਚ ਜਦ ਅੰਨ ਦੇਵਤਾ ਆਇਆ ਕਰੇ ਤਾਂ ਸਾਰੇ ਦੇਵਤੇ ਉਸ ਵਕਤ ਹੈਰਾਨ ਹੋ ਜਾਇਆ ਕਰਨ। ਜਦ ਭਗਵਾਨ ਜੀ ਆਪਣੇ ਆਸਣ ਤੋਂ ਗੋਡਾ ਚੁੱਕ ਕੇ ਨਾਲ ਬਿਠਾ ਲਿਆ ਕਰਨ, ਇੱਕ ਦਿਨ ਸਾਰੇ ਦੇਵਤੇ ਭਗਵਾਨ ਨੂੰ ਕਹਿਣ ਲੱਗੇ, ਕਾਲੇ ਰੰਗ ਵਾਲਾ ਕੌਣ ਹੈ ਜਿਹਨੂੰ ਆਪ ਜੀ ਆਪਣੇ ਕੋਲ ਬਿਠਾ ਲੈਂਦੇ ਹੋ? ਭਗਵਾਨ ਜੀ ਕਹਿਣ ਲੱਗੇ ਕਿ ਇਹਦਾ ਜਵਾਬ ਤੁਹਾਨੂੰ ਕੱਲ੍ਹ ਨੂੰ ਦੇਵਾਂਗੇ ਕਿ ਇਹ ਕੌਣ ਹੈ। ਭਗਵਾਨ ਜੀ ਨੇ ਅੰਨ ਦੇਵਤੇ ਨੂੰ ਕਿਹਾ ਕਿ ਤੂੰ ਕੱਲ੍ਹ ਨਾ ਆਵੀਂ। ਜਦ ਦੂਜੇ ਦਿਨ ਅੰਨ ਦੇਵਤਾ ਨਾ ਆਇਆ ਤਾਂ ਸਾਰੇ ਦੇਵਤੇ ਉਬਾਸੀਆਂ ਲੈਣ ਲੱਗੇ। ਬਲੱਡ ਪ੍ਰੈਸ਼ਰ ਡਾਊਨ ਹੋ ਜਾਂਦਾ, ਨਾਸ਼ਤਾ ਨਾ ਹੋਵੇ ਤਾਂ ਸਰੀਰ ਨਿੱਘਰ ਜਾਂਦਾ। ਭਗਵਾਨ ਨੂੰ ਕਹਿਣ ਲੱਗੇ, ਕੱਲ੍ਹ ਵਾਲਾ ਪੁਰਖ ਅੱਜ ਕਿਉਂ ਨਹੀਂ ਆਇਆ? ਤਦ ਭਗਵਾਨ ਨੇ ਕਿਹਾ ਕਿ ਅੰਨ ਦੇਵਤਾ ਸੀਗਾ, ਉਹਦੇ ਦਰਸ਼ਨ ਕਰਕੇ ਮਹਿਕ ਨਾਲ ਹੀ ਤ੍ਰਿਪਤ ਹੋ। ਸਾਡਾ ਸਥੂਲ ਸਰੀਰ ਆਪਾਂ ਖਾ ਕੇ ਤ੍ਰਿਪਤ ਹੁੰਦੇ ਆ, ਅਤੇ ਜਿਨ੍ਹਾਂ ਦਾ ਸੂਖਮ ਸਰੀਰ ਹੈ, ਸ਼ਹੀਦ ਸਿੰਘ ਹਨ, ਦੇਵੀ ਦੇਵਤੇ ਨੇ, ਉਹ ਜਦ ਪ੍ਰਸ਼ਾਦ ਹਜ਼ੂਰੀ 'ਚ ਆਉਂਦਾ, ਇਹਦੀ ਸਮੈਲ ਆਉਂਦੀ ਹੈ, ਇਹਦੇ ਨਾਲ ਹੀ ਉਹਨਾਂ ਨੂੰ ਭੋਗ ਲੱਗਦਾ। ਗੁਰੂਆਂ ਪੀਰਾਂ ਨੂੰ ਸੁਗੰਧੀ ਦੇ ਨਾਲ ਹੀ ਉਹ ਤ੍ਰਿਪਤ ਹੋ ਜਾਂਦੇ ਨੇ। ਸੋ ਸਾਰਿਆਂ ਦੀ ਖੁਰਾਕ ਅੰਨ ਹੈ। ਅੰਨ ਦੀ ਸਮੈਲ ਨਾਲ ਆ ਲਾਂਗਰੀ ਸਿੰਘ ਵੇਖੋ ਵੈਸੇ ਤ੍ਰਿਪਤ ਰਹਿੰਦੇ ਨੇ, ਸਮੈਲ ਵੀ ਇੱਕ ਖੁਰਾਕ ਹੈ। ਸੋ ਇੰਜ ਜਪੀਐ ਨਾਮ ਅੰਨ ਕੈ ਸਾਧ, ਅਨਾਜ ਦੇ ਸਵਾਦ ਰਸ ਨਾਲ ਭੋਜਨ ਖਾ ਕੇ ਪਰਮੇਸ਼ਰ ਦਾ ਨਾਮ ਜਪਣਾ ਕਰੀਏ। ਅੰਨ ਨਹੀਂ ਮਾੜਾ, ਖਾਣ ਵਾਲਾ ਬੰਦਾ ਮਾੜਾ ਜਿਹੜਾ ਗਲਤ ਕੰਮ ਕਰਦਾ, ਕਰਤੂਤਾਂ ਮਾੜੀਆਂ ਕਰਦਾ। ਰਹਾਉ ਜਿਸ ਥਾਲੀ 'ਚ ਖਾਂਦਾ ਉਹਦੇ 'ਚ ਛੇਕ ਕਰਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਜਪੀਐ ਨਾਮ ਜਪੀਐ ਅੰਨ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦਾ ਨਾਮ ਵੀ ਜਪੀਏ ਤੇ ਅਨਾਜ ਭੋਜਨ ਵੀ ਛਕੀਏ। ਅੰਨ ਨੂੰ ਜਪਤ ਭਾਵ ਛਕ ਕੇ ਪਰਮੇਸ਼ਰ ਦਾ ਨਾਮ ਜਪੀਏ। ਅੰਬੈ ਕੈ ਸੰਗ ਨੀਕਾ ਵਨ, ਇਹ ਨਹੀਂ ਕਿ ਅੰਨ ਨੂੰ ਸਾੜ ਫੂਕ ਕੇ ਛਕੋ, ਸਗੋਂ ਪਾਣੀ ਦੇ ਨਾਲ ਮਿਲਾ ਕੇ ਅੰਨ ਦਾ ਰੰਗ ਚੰਗਾ ਹੋ ਜਾਂਦਾ। ਪਾਣੀ ਨਾਲ ਚੰਗੀ ਤਰ੍ਹਾਂ ਆਟਾ ਗੁੰਨ ਕੇ ਫਿਰ ਪ੍ਰੇਮ ਨਾਲ ਪਕਾ ਕੇ ਖਾਣਾ ਕਰੇ। ਅੱਜ ਕੱਲ੍ਹ ਤਾਂ ਗੋਰਿਆਂ ਨੂੰ ਵੀ ਸਮਝ ਆ ਗਈ, ਉਹ ਜਿਹੜੇ ਗੁੱਲੀਆਂ ਜਿਹੀਆਂ ਬਣਾ ਕੇ ਮੂੰਹ 'ਚ ਤੁੰਨ ਲੈਂਦੇ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਰੋਟੀ ਖਾਈ ਦੀ ਹੈ। ਜਿਹੜਾ ਪੰਜਾਬੀ ਖਾਣਾ ਤੇ ਆਲ ਓਵਰ ਵਰਲਡ ਦੇ ਵਿੱਚ ਬੈਸਟ ਖਾਣਾ ਮੰਨਿਆ ਗਿਆ ਹੈ। ਅੰਨੈ ਬਾਹਰ ਜੋ ਨਰ ਹੋਵੈ, ਅਨਾਜ ਤੋਂ ਬਗੈਰ ਜਿਹੜਾ ਪੁਰਖ ਹੁੰਦਾ ਪਾ ਭੋਜਨ ਨਹੀਂ ਖਾਂਦਾ। ਤੀਨ ਭਵਨ ਮਹਿ ਆਪਣੀ ਖੋਵੈ, ਉਹ ਤਿੰਨਾਂ ਲੋਕਾਂ 'ਚ ਆਪਦੀ ਇੱਜ਼ਤ ਗੁਆ ਬੈਠਦਾ ਹੈ। ਛੋੜੈ ਅੰਨ ਕਰਹਿ ਪਖੰਡ, ਅਨਾਜ ਛੱਡ ਕੇ ਜਿਹੜਾ ਪੁਰਖ ਪਖੰਡ ਕਰਦਾ ਹੈ। ਨਾ ਸੁਹਾਗਣ ਨਾ ਹੋ ਰੰਡ, ਨਾ ਤੋਂ ਸੁਹਾਗਣਾ ਜੋ ਤੇ ਨਾ ਰੰਡੀਆਂ ਜੋ। ਪਾਵੋ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮੰਨਣ ਵਾਲੀਆਂ ਮਹਾਤਮਾ ਰੂਪ ਸੁਹਾਗਵੰਤੀਆਂ ਚੋਂ ਵੀ ਨਹੀਂ, ਤੇ ਮਨਮੁਖ ਰੂਪ ਦੁਹਾਗਣਾ ਨਾਸਤਿਕ ਇਸਤਰੀਆਂ ਵਿੱਚੋਂ ਹੈ। ਉਹ ਤਾਂ ਦਰਮਿਆਨਾ ਹੀ ਹੈ। ਜਗ ਮੈਂ ਭਗਤੇ ਦੂਧਾਂ ਤਾਰੀ, ਜਗਤ ਵਿੱਚ ਆਪਣੇ ਆਪ ਨੂੰ ਦੁੱਧਾ ਧਾਰੀ ਬੜੇ ਅਖਮਾਉਂਦੇ ਨੇ। ਲੋਕ ਕਹਿੰਦੇ ਅਸੀਂ ਤਾਂ ਜੀ ਦੁੱਧ ਦੇ ਆਸਰੇ ਹੀ ਰਹਿੰਦੇ ਹਾਂ। ਗੋਪਤੀ ਖਾਵੈ ਵਟਕਾਂ ਸਾਰੀ, ਪਰ ਉਹ ਲੋਕ ਛਿਪ ਕੇ ਸਾਰੀ ਪੰਸੇਰੀ ਖੋਏ ਦੀਆਂ ਪਿੰਨੀਆਂ ਬਣਾ ਬਣਾ, ਕਿਸੇ ਕਸਾਰੀ ਪੰਜੀਰੀਆਂ ਦੇ ਪੇੜੇ ਵਟ ਵਟ ਤੇ ਅਲਸੀ ਉਲਸੀ ਖਾ ਕੇ ਸਗੋਂ ਬਿਮਾਰ ਹੋ ਜਾਂਦੇ। ਅਤੇ ਰੋਟੀ ਜਿਹੜੀ ਹੈ ਸਦਾ ਬਹਾਰ ਹੈ, ਅਤੇ ਨਾਰਮਲ ਪ੍ਰਸ਼ਾਦਾ ਬੰਦਾ ਛਕੇ ਉਹਦੇ ਨਾਲ ਚੜ੍ਹਦੀ ਕਲਾ ਰਹਿੰਦੀ ਹੈ। ਪਰ ਜਿਹੜੇ ਲੋਕ ਛਿਪ ਕੇ ਖਾ ਜਾਂਦੇ ਹਨ, ਕਹਿੰਦੇ ਵੀ ਸਾਨੂੰ ਤਾਂ ਭੁੱਖ ਨਹੀਂ ਹੈ ਜੀ, ਆਪਾਂ ਤਾਂ ਕੁਝ ਖਾਂਦੇ ਨਹੀਂ। ਅੰਨੈ ਬਿਨੈ ਨ ਹੋਏ ਸੁਕਾਲ, ਅਨਾਜ ਤੋਂ ਬਿਨਾਂ ਕਦੇ ਸ੍ਰੇਸ਼ਟ ਸਮਾਂ ਭਾਵ ਖੁਸ਼ਹਾਲੀ ਵਾਲਾ ਸਮਾਂ ਨਹੀਂ ਹੁੰਦਾ ਹੈ।
ਤਜਿਆ ਅੰਨ ਨ ਮਿਲੈ ਗੋਪਾਲ। ਅੰਨ ਦੇ ਛੱਡਣ ਨਾਲ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਨਹੀਂ ਮਿਲਦਾ ਹੈ। ਕਹੋ ਕਬੀਰ ਹਮ ਐਸੇ ਜਾਣਿਆ। ਕਬੀਰ ਜੀ ਕਹਿੰਦੇ ਅਸੀਂ ਇੰਜ ਜਾਣਿਆ ਹੈ। ਧੰਨ ਅਨਾਦ ਠਾਕੁਰ ਮਨ ਮਾਨਿਆ। ਅੰਨ ਖਾ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਅੰਨ ਵੀ ਧਨ ਹੈ, ਜਿਹਨੂੰ ਖਾ ਕੇ ਸਾਡਾ ਸੋ ਸੁਆਮੀ ਪਰਮੇਸ਼ਰ ਤੇ ਚਿਤ ਮੰਨ ਗਿਆ। ਭੂਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਇੱਕ ਵਾਰ ਹਜ਼ੂਰ ਸਾਹਿਬ ਜਾਂਦੇ ਆ ਤੇ ਗੁਰਦੁਆਰੇ ਸਾਹਿਬ ਤੋਂ ਪ੍ਰਸ਼ਾਦੇ ਪਕਾ ਕੇ ਬੰਨ ਤਾਂ ਲਏ, ਨਿਆਣਿਆਂ ਨੂੰ ਦਿੱਤੇ ਹੀ ਨਹੀਂ, ਛੋਟੇ ਛੋਟੇ ਭਚੰਗੀ। ਆਖਿਆ ਵੀ ਜਲਦੀ ਜਾਣਾ, ਜਲਦੀ। ਅੱਗੇ ਉਹ ਬੈਰੀਅਰ ਤੇ ਗੱਡੀ ਰੁਕ ਗਈ। ਕਹਿੰਦੇ 20,000 25,000 ਤੁਹਾਡਾ ਟੈਕਸ ਬਣਦਾ, ਇੱਥੇ ਦਿਓ ਤਾਂ ਅੱਗੇ ਜਾਓ। ਤੇ ਮੈਂ ਕਿਹਾ ਵੀ ਗੱਲ ਕੋਈ ਗਲਤੀ ਹੋਈ ਹੈ। ਤੇ ਜਥੇਦਾਰ ਨੂੰ ਬੇਨਤੀ ਕੀਤੀ, ਮੈਂ ਨਿਆਣਿਆਂ ਨੂੰ ਹੱਥ ਵਾ ਤੇ ਰੋਟੀ ਖਵਾ ਨਾ ਕੋ ਅਰਦਾਸ ਕਰਾਂ। ਉਹ ਕਹਿੰਦੇ ਵੀ ਪਛਾਣ ਮੁੜ ਜਾਓ। ਦੂਜਿਆਂ ਨੂੰ ਪੁੱਛਿਆ, ਕਹਿੰਦੇ ਇੱਧਰ ਦੇ ਰਸਤੇ ਥਾਣੀ ਲੰਘ ਜਾਓ, ਕਿਉਂਕਿ ਮਾਇਆ ਤਾਂ ਉਨੀ ਕੀ ਸੀਗੀ। ਤੋ ਕਹਿਣ ਤੋਂ ਭਾਵ ਵੀ ਰਸਤੇ 'ਚ ਵੀ ਵਿਘਨ ਪੈ ਜਾਂਦਾ। ਬਿਨਾਂ ਰੋਟੀ ਤੋਂ ਭੁੱਖੇ ਬੰਦੇ ਦਾ ਕੋਈ ਕੰਮ ਸਿੱਧ ਨਹੀਂ ਹੁੰਦਾ। ਰੱਜ ਕੇ ਜਾਓ, ਸਾਰੇ ਕੰਮ ਸਬਰ ਦੇ ਨੇ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਹੋ ਕਬੀਰ ਹਮ ਐਸੇ ਜਾਣਿਆ। ਧੰਨ ਅਨਾਦ ਠਾਕੁਰ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਇ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ। ਤੂੰ ਮਨ ਮੇਰੇ ਦੁਖ ਸਭ ਸਾਰਨਾ। ਅੰਗੀਕਾਰੋ ਕਰੇ ਸੁਵਾਰਨ ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ